ਕੁੜੀ ਮੈਨੂੰ ਪਹਿਲਾਂ ਜਾਣਦੀ ਸੀ 2016 ਵਿੱਚ ਹੀ। ਉਦੋਂ ਹੀ ਮੈਨੂੰ ਉਹਨੇ ਕਿਹਾ ਸੀ ਵਿਆਹ ਵੇਲੇ, ਉਦੋਂ ਮੈਂ ਕਹਿ ਦਿੱਤਾ ਸੀ ਵੀ ਮੇਰਾ ਵਿਆਹ ਤਾਂ ਹੋਵੇਗਾ ਪਹਿਲਾਂ ਕੋਈ ਫਿਊਚਰ ਬਣਾ, ਕਿਸੇ ਆਪਦਾ ਸਟੈਂਡ ਬਣਾ ਕਿਸੇ ਗੱਲ ਦਾ। ਉਸ ਤੋਂ ਬਾਅਦ ਸਾਡੀ ਵਿਆਹ ਦੀ ਗੱਲ ਤੁਰ ਪਈ, ਜਿਸ ਵਿੱਚ ਉਹ ਕਹਿੰਦੀ ਮੇਰੇ ਪੇਰੈਂਟਸ ਦੀ 16 ਲੱਖ ਦੀ ਡਿਮਾਂਡ ਹੈ ਅਤੇ ਮੈਂ ਉਹਨੂੰ ਹਾਂ ਕਰ ਦਿੱਤੀ। ਜਦੋਂ ਮੇਰੀ ਇੰਨੀ ਹੈਲਪ ਕਰਦੀ, ਮੈਨੂੰ ਕੈਨੇਡਾ ਕੱਢਣ ਵਿੱਚ ਮੇਰਾ ਸੁਪਨਾ ਪੂਰਾ ਸੀ। ਮੰਗ ਜਿਹੜੀ ਆ ਉਹ ਆਪਣੀ ਰੱਖ ਲੈਂਦੇ ਕਿ ਸਾਨੂੰ ਇਹ ਚੀਜ਼ ਚਾਹੀਦੀ ਹੈ, ਇਹ ਚੀਜ਼ ਨਹੀਂ ਚਾਹੀਦੀ। ਹਾਲਾਂਕਿ ਚਲੋ ਕਾਨੂੰਨ ਦੇ ਵਿੱਚ ਇਹ ਵੀ ਚੀਜ਼ਾਂ ਜਿਹੜੀਆਂ ਨੇ ਉਹ ਅਜਾਇਜ਼ ਨਹੀਂ ਹੈਗੀਆਂ, ਪਰ ਤੁਹਾਨੂੰ ਲੱਗਿਆ ਨਹੀਂ ਕਿ 16 ਲੱਖ ਦੀ ਡਿਮਾਂਡ ਲੜਕੀ ਦਾ ਪਰਿਵਾਰ ਉਹ ਕਰ ਰਿਹਾ ਹੈ ਅਤੇ ਕਿਸ ਗੱਲ ਦੇ ਪੈਸੇ ਮੰਗ ਰਿਹਾ? ਅਸੀਂ ਤਾਂ ਜਿਹੜਾ ਰਿਸ਼ਤਾ ਉਹ ਅਰੇਂਜ ਕਰਨਾ ਆ, ਤਾਂ ਫਿਰ ਇਸ ਤਰ੍ਹਾਂ ਦੀ ਡਿਮਾਂਡ ਕਿਉਂ? 2020 ਦੇ ਦਸੰਬਰ ਵਿੱਚ ਲਾਸਟ ਵਿੱਚ 1 ਲੱਖ ਰੁਪਇਆ ਚਾਹੀਦਾ ਹੈ ਹੁਣ ਫੀਸ ਵਾਸਤੇ। ਮੈਂ ਚਲੋ ਕੋਈ ਗੱਲ ਨਹੀਂ, ਦਸੰਬਰ ਤਾਂ ਹਜੇ ਬਹੁਤ ਦੂਰ ਹੈ, ਭਰ ਦੇਵਾਂਗੇ। ਅਤੇ ਫਿਰ ਉਸਨੇ ਜੂਨ ਵਿੱਚ ਹੀ ਜਾ ਕੇ ਐਂਡ ਵਿੱਚ ਮੈਨੂੰ ਕਹਿ ਦਿੱਤਾ ਮੈਨੂੰ 3 ਲੱਖ ਰੁਪਇਆ ਹੋਰ ਫੀਸ ਚਾਹੀਦਾ, ਮੈਨੂੰ ਕੰਮ ਨਹੀਂ ਮਿਲਿਆ। ਗੱਲਾਂ ਕਰਦੇ ਕਰਦੇ ਜਿੱਥੇ ਮੈਂ ਜਾ ਕੇ ਬਹਿੰਦਾ ਹੁੰਦਾ ਸੀ, ਮੈਂ ਦੇਖਿਆ ਸਾਹਮਣੇ ਪੌੜੀਆਂ ਵਿੱਚ ਮੇਰੀ ਫੋਟੋ ਉਤਰੀ ਹੋਈ ਸੀ, ਜਿੱਥੋਂ ਮੈਂ ਸਮਝ ਹੀ ਚੁੱਕਿਆ ਸੀ ਇਸ਼ਾਰਾ ਵੀ ਮਾਮਲਾ ਗੜਬੜ ਹੋ ਗਿਆ। ਅਤੇ ਅਸੀਂ ਗੱਲਾਂ ਕਰਦੇ ਰਹੇ, ਉਹਨਾਂ ਨੇ ਫਿਰ ਗੱਲ ਤੋਰੀ, ਕਹਿੰਦੇ ਹੁੰਦੇ ਸੋ ਹੁੰਦੇ ਤੁਸੀਂ ਨੰਗਾ ਮਲੰਗਾਂ ਵਾਲੀਆਂ ਗੱਲਾਂ ਕਰਦੇ ਹੋ। ਨਵੰਬਰ ਵਿੱਚ ਮੇਰੇ ਸਹੁਰਾ ਸਾਹਿਬ ਦੀ ਡੈਥ ਹੋ ਗਈ, ਜਦ ਕਿ ਮੈਨੂੰ ਉਹਨਾਂ ਨੇ ਦੱਸਿਆ ਨਹੀਂ, ਨਾ ਕੋਈ ਇਨਫੋਰਮੇਸ਼ਨ ਦਿੱਤੀ, ਨਾ ਕੋਈ ਕਾਲ ਕੀਤਾ। ਮੈਂ ਇੰਸਟਾ 'ਤੇ ਸਟੇਟਸ ਦੇਖਿਆ। ਇਹ ਦੱਸੋ ਕਿ ਜਦੋਂ ਪਹਿਲਾਂ ਤੁਹਾਨੂੰ ਇਹ ਲੱਗਿਆ ਕਿ ਉਹ ਪੈਸਿਆਂ ਦੀ ਮੰਗ ਕਰ ਰਹੇ ਹੈ, ਉਹ ਉਦੋਂ ਤੁਹਾਨੂੰ ਇਹ ਚੀਜ਼ ਦਿਮਾਗ ਦੇ ਵਿੱਚ ਨਹੀਂ ਆਈ ਕਿ ਹੋ ਸਕਦਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਜੋ ਅੱਜ ਤੁਹਾਡੇ ਨਾਲ ਹੋ ਰਿਹਾ ਇਹ ਚੀਜ਼ ਹੋਊਗੀ? ਕਿਉਂਕਿ ਉਹ ਤਾਂ ਸ਼ੁਰੂ ਦੇ ਵਿੱਚ ਹੀ ਰਿਸ਼ਤਿਆਂ ਨੂੰ ਜਿਹੜਾ ਉਹ ਪੈਸੇ ਦੇ ਨਾਲ ਬੰਨ੍ਹਣ ਲੱਗ ਪਏ ਆ। ਬਾਕੀ ਮੈਨੂੰ ਕੋਈ ਇਹਦੇ ਇੱਦਾਂ ਨਹੀਂ ਲੱਗਿਆ ਉਹਦੇ ਵੱਲੋਂ ਵੀ ਮੇਰੇ ਨਾਲ ਕੋਈ ਉਹਦਾ ਕੋਈ ਚੱਕਰ, ਕੋਈ ਗਲਤ ਗੱਲ ਹੋਊਗੀ ਜਿਹੜੀ ਗੱਲ ਕਰਨੀ ਬੰਦ ਕੀਤੀ। ਫੀਸ ਤੋਂ ਹੀ ਸਾਰੀ ਗੱਲ ਵਧੀ ਹੈ ਜੀ। ਪੈਸਾ ਬਹੁਤ ਮਿਹਨਤ ਨਾਲ ਬਣਦਾ, ਬਹੁਤ ਔਖਾ ਬਣਦਾ ਜੀ। ਇੱਕ ਵਾਰ ਗਵਾ ਚੁੱਕੇ ਆਪਾਂ ਨੰਗ ਹੋ ਚੁੱਕੇ ਹੁੰਦੇ ਹਾਂ, ਅਤੇ ਉਸ ਤੋਂ ਬਾਅਦ ਬਾਹਰ ਦਾ ਵੀ ਨਾ ਬਣੇ ਤਾਂ ਇੱਕ ਹੋਰ ਨਾ ਬਣੇ, ਅਤੇ ਦੂਜਾ ਧੱਬਾ ਲੱਗ ਜਾਂਦਾ ਹੈ ਇੱਕ ਵਾਰ ਵਿਆਹੇ ਹੋਏ ਦਾ। ਸਤਿ ਸ੍ਰੀ ਅਕਾਲ, ਤੁਸੀਂ ਦੇਖ ਰਹੇ ਹੋ FYI ਮੀਡੀਆ ਅਤੇ ਮੈਂ ਹਰਜਿੰਦਰ ਸਿੰਘ। ਦੋਸਤੋ, ਗੱਲ ਕਰਾਂਗੇ ਜੋ ਅੱਜ ਵਿਦੇਸ਼ਾਂ ਦੇ ਨਾਮ ਦੇ ਉੱਤੇ ਠੱਗੀਆਂ ਹੋ ਰਹੀਆਂ ਨੇ। ਕੁਝ ਸਮਾਂ ਸੀਗਾ ਜਦੋਂ ਜ਼ਿਆਦਾਤਰ ਇਲਜ਼ਾਮ ਜਿਹੜੇ ਨੇ ਉਹ ਲੜਕਿਆਂ ਦੇ ਉੱਤੇ ਲੱਗਦੇ ਸੀ ਕਿ ਲੜਕੇ ਵਿਆਹ ਕਰਵਾ ਕੇ ਇੱਥੋਂ ਚਲੇ ਜਾਂਦੇ ਵਿਦੇਸ਼ਾਂ ਦੇ ਵਿੱਚ, ਔਰ ਬਾਅਦ ਦੇ ਵਿੱਚ ਨਾ ਤਾਂ ਉਹ ਆਪਣੀਆਂ ਘਰਵਾਲੀਆਂ ਨੂੰ ਉੱਥੇ ਲੈ ਕੇ ਜਾਂਦੇ ਸੀਗੇ ਅਤੇ ਨਾ ਹੀ ਇੱਥੇ ਆ ਕੇ ਦੁਬਾਰਾ ਉਹਨਾਂ ਦੇ ਨਾਲ ਰਿਸ਼ਤੇ ਜਿਹੜੇ ਨੇ ਉਹ ਉਸ ਤਰ੍ਹਾਂ ਦੇ ਰੱਖਦੇ ਸੀਗੇ। ਚਲੋ ਵਜ੍ਹਾ ਕੁਝ ਵੀ ਹੋਵੇ, ਪਰ ਇਸ ਤਰ੍ਹਾਂ ਦੇ ਬਹੁਤ ਸਾਰੇ ਪੰਜਾਬ ਦੇ ਵਿੱਚ ਮਾਮਲੇ ਜਿਹੜੇ ਨੇ ਉਹ ਲਗਾਤਾਰ ਸਾਹਮਣੇ ਆਏ, ਔਰ ਹਾਲੇ ਤੱਕ ਵੀ ਕਈ ਲੜਕੀਆਂ ਇਸ ਤਰ੍ਹਾਂ ਨੇ ਜਿਨ੍ਹਾਂ ਦੇ ਵਿਆਹ ਹੋਏ ਪਰ ਉਹ ਬਾਹਰ ਆਪਣੇ ਘਰ ਵਾਲਿਆਂ ਦੇ ਨਾਲ ਨਹੀਂ ਜਾ ਸਕੀਆਂ, ਜਾਂ ਫਿਰ ਕਹਿ ਲਓ ਕਿ ਉਹਨਾਂ ਦੇ ਰਿਸ਼ਤੇ ਜਿਹੜੇ ਆ ਉਹ ਨੇਪਰੇ ਨਹੀਂ ਚੜ੍ਹ ਸਕੇ। ਪਰ ਹੁਣ ਜੋ ਤਾਜ਼ਾ ਹਾਲਾਤ ਨੇ ਉਹਦੇ ਵਿੱਚ ਇਸ ਤਰ੍ਹਾਂ ਦੇ ਮਾਮਲੇ ਸਾਹਮਣੇ ਆ ਰਹੇ ਆ ਕਿ ਕੁੜੀਆਂ ਆਇਲਸ ਕਰਕੇ ਬਾਹਰ ਜਾਂਦੀਆਂ ਨੇ ਔਰ ਵਿਆਹ ਉਹਨਾਂ ਦਾ ਪਹਿਲਾਂ ਇੱਥੇ ਹੋ ਚੁੱਕਿਆ ਹੁੰਦਾ। ਜਦੋਂ ਉੱਥੇ ਚਲੀਆਂ ਜਾਂਦੀਆਂ ਤਾਂ ਫਿਰ ਉਹਨਾਂ ਦੇ ਉੱਤੇ ਇਲਜ਼ਾਮ ਲੱਗਦੇ ਆ ਕਿ ਉਹ ਨਾ ਤਾਂ ਆਪਣੇ ਸਹੁਰੇ ਪਰਿਵਾਰ ਦੇ ਨਾਲ ਕਿਸੇ ਤਰ੍ਹਾਂ ਦਾ ਸੰਬੰਧ ਰੱਖਦੀਆਂ, ਨਾ ਹੀ ਆਪਣੇ ਘਰ ਵਾਲੇ ਨੂੰ ਉੱਥੇ ਬੁਲਾਉਂਦੀਆਂ, ਨਾ ਹੀ ਉਹਦੇ ਨਾਲ ਕਿਸੇ ਤਰ੍ਹਾਂ ਦੀ ਗੱਲਬਾਤ ਕੀਤੀ ਜਾਂਦੀ ਹੈ। ਸਿੱਧੇ ਇਲਜ਼ਾਮ ਜਿਹੜੇ ਨੇ ਉਹ ਇਸ ਤਰ੍ਹਾਂ ਦੇ ਲੱਗਦੇ ਆ ਕਿ ਠੱਗੀ ਮਾਰੀ ਗਈ ਹੈ। ਅੱਜ ਇਸ ਤਰ੍ਹਾਂ ਦਾ ਹੀ ਇੱਕ ਨੌਜਵਾਨ ਸਾਡੇ ਨਾਲ ਹੈ। ਅਸੀਂ ਲੱਡਾ ਪਿੰਡ ਪਹੁੰਚੇ ਹੋਏ ਹਾਂ ਜੋ ਕਿ ਸੰਗਰੂਰ ਜ਼ਿਲ੍ਹੇ ਦੇ ਵਿੱਚ ਪੈਂਦਾ। ਉੱਥੋਂ ਦਾ ਨੌਜਵਾਨ ਆਕਾਸ਼ਦੀਪ ਸਿੰਘ ਅੱਜ ਸਾਡੇ ਨਾਲ ਹੈ। ਇਹਦੇ ਨਾਲ ਵੀ ਇਸ ਤਰ੍ਹਾਂ ਦਾ ਮਾਮਲਾ ਸਾਹਮਣੇ ਆਇਆ। ਗੱਲਬਾਤ ਕਰਾਂਗੇ ਅਤੇ ਜਾਣਾਂਗੇ ਕਿ ਕਿਸ ਤਰ੍ਹਾਂ ਇਹ ਘਟਨਾ ਜਿਹੜੀ ਹੈ ਉਸ ਦੇ ਨਾਲ ਵਾਪਰੀ ਹੈ, ਕੀ ਕੁਝ ਸੱਚਾਈ ਹੈ। ਬਾਈ ਜੀ, ਸਭ ਤੋਂ ਪਹਿਲਾਂ ਆਪਣਾ ਨਾਂ ਦੱਸੋ, ਆਪਣਾ ਪਿੰਡ ਦੱਸੋ ਅਤੇ ਵਿਆਹ ਕਦੋਂ ਹੋਇਆ ਸੀਗਾ ਤੁਹਾਡਾ? ਬਾਈ ਜੀ ਸਤਿ ਸ਼੍ਰੀ ਅਕਾਲ। ਪਹਿਲੀ ਗੱਲ ਅਤੇ ਮੇਰਾ ਨਾਂ ਗੁੱਡ ਨੇਮ ਜੀ ਆਕਾਸ਼ਦੀਪ ਸਿੰਘ ਚਹਿਲ ਹੈ। ਮੈਂ ਜ਼ਿਲ੍ਹਾ ਸੰਗਰੂਰ ਲੱਡਾ ਪਿੰਡ ਦਾ ਵਾਸੀ ਹਾਂ ਅਤੇ ਮੇਰਾ ਵਿਆਹ 2019 10 ਜੁਲਾਈ ਸੈਫਰਨ ਪੈਲੇਸ ਨੇੜੇ ਟੂਲ ਪਲਾਜ਼ਾ ਸਥਿਤ ਲੱਡਾ ਹੀ ਹੋਇਆ ਸੀ। ਅਤੇ ਮੇਰੀ ਮਿਸਿਸ ਦਾ ਨਾਮ ਮਹਿਕਪ੍ਰੀਤ ਕੌਰ ਬੈਨੀਪਾਲ ਹੈ, ਜੋ ਕਿ ਸੰਗਰੂਰ ਨਿਊ ਫਰੈਂਡਸ ਕਲੋਨੀ ਗਲੀ ਨੰਬਰ 4 ਦੀ ਰਹਿਣ ਵਾਲੀ ਹੈ। ਮੈਨੂੰ ਹੁਣ ਇਹ ਦੱਸੋ, ਇਹ ਸਾਰਾ ਜਿਹੜਾ ਘਟਨਾਕ੍ਰਮ ਉਹ ਵਾਪਰਿਆ ਕਿਵੇਂ? ਧੋਖਾਧੜੀ ਦੇ ਇਲਜ਼ਾਮ ਜਿਹੜੇ ਆ ਉਹ ਲੱਗ ਰਹੇ ਆ। ਕਿਸ ਤਰ੍ਹਾਂ ਤੁਹਾਡਾ ਵਿਆਹ ਜਿਹੜਾ ਉਹ ਨੇਪਰੇ ਚੜ੍ਹਿਆ ਸੀ? ਕਿ ਲਵ ਮੈਰਿਜ ਸੀ, ਅਰੇਂਜ ਮੈਰਿਜ ਸੀਗੀ? ਉਸ ਤੋਂ ਬਾਅਦ ਕਦੋਂ ਤੁਹਾਡੀ ਘਰਵਾਲੀ ਜਿਹੜੀ ਆ ਬਾਹਰ ਜਾਂਦੀ ਹੈ? ਕੀ ਕੁਝ ਸਾਰਾ ਜਿਹੜਾ ਇੱਕ ਕੰਟਰੈਕਟ ਮੈਰਿਜ ਸੀ ਜਾਂ ਅਰੇਂਜ ਮੈਰਿਜ ਸੀ? ਕਿਸ ਤਰ੍ਹਾਂ ਤੁਸੀਂ ਕੀਤਾ ਇਹ ਸਾਰਾ? ਦੇਖੋ ਜੀ, ਵਿਆਹ ਮੇਰਾ ਪੱਕਾ ਸੀ, ਅਰੇਂਜ ਮੈਰਿਜ ਸੀ ਜੀ। ਕੁੜੀ ਮੈਨੂੰ ਪਹਿਲਾਂ ਜਾਣਦੀ ਸੀ 2016 ਵਿੱਚ ਹੀ। ਉਦੋਂ ਹੀ ਮੈਨੂੰ ਉਹਨੇ ਕਿਹਾ ਸੀ ਵਿਆਹ ਵੇਲੇ, ਉਦੋਂ ਮੈਂ ਕਹਿ ਦਿੱਤਾ ਸੀ ਵੀ ਮੇਰਾ ਵਿਆਹ ਤਾਂ ਹੋਵੇਗਾ ਪਹਿਲਾਂ ਕੋਈ ਫਿਊਚਰ ਬਣਾ, ਕਿਸੇ ਆਪਦਾ ਸਟੈਂਡ ਬਣਾ ਕਿਸੇ ਗੱਲ ਦਾ, ਵਧੀਆ ਸਟੇਟਸ 'ਚ ਆ ਜਾ। ਅਤੇ ਉਸ ਤੋਂ ਬਾਅਦ ਉਹ 2019 ਵਿੱਚ ਮਾਰਚ ਵਿੱਚ ਹੀ ਕੈਨੇਡਾ ਚਲੀ ਗਈ ਅਤੇ ਦਿੱਲੀ ਏਅਰਪੋਰਟ ਤੋਂ ਉਹਨੇ ਮੈਨੂੰ ਇੰਸਟਾ 'ਤੇ ਮੈਸੇਜ ਕਰ ਦਿੱਤਾ
ਤੇ 2-4 ਦਿਨਾਂ ਬਾਅਦ ਜਦੋਂ ਕੈਨੇਡਾ ਪਹੁੰਚੀ 2-4 ਦਿਨਾਂ ਬਾਅਦ ਸਾਡੇ ਨੰਬਰ ਐਕਸਚੇਂਜ ਹੋ ਗਏ। ਨੰਬਰ ਐਕਸਚੇਂਜ ਤੋਂ ਬਾਅਦ ਸਾਡੀ ਗੱਲ ਚੱਲ ਪਈ। ਫਿਰ ਉਸ ਤੋਂ ਬਾਅਦ ਸਾਡੀ ਵਿਆਹ ਦੀ ਗੱਲ ਤੁਰ ਪਈ, ਜਿਸ ਵਿੱਚ ਉਹ ਕਹਿੰਦੀ ਮੇਰੇ ਪੇਰੈਂਟਸ ਦੀ 16 ਲੱਖ ਦੀ ਡਿਮਾਂਡ ਹੈ ਅਤੇ ਮੈਂ ਉਹਨੂੰ ਹਾਂ ਕਰ ਦਿੱਤੀ। ਜਦੋਂ ਮੇਰੀ ਇੰਨੀ ਹੈਲਪ ਕਰਦੀ ਹੈ, ਮੈਨੂੰ ਕੈਨੇਡਾ ਕੱਢਣ ਵਿੱਚ ਮੇਰਾ ਸੁਪਨਾ ਪੂਰਾ ਹੁੰਦਾ ਸੀ, ਤਾਂ ਮੈਂ ਉਸ ਨੂੰ 16 ਲੱਖ ਲਈ ਹਾਂ ਕਰ ਦਿੱਤੀ। ਅਤੇ ਉਸ ਦਾ ਕੁੜੀ ਦਾ ਪਰਿਵਾਰ ਅਤੇ ਉਹਨੇ ਆਪਦੇ ਸਾਈਡ ਤੋਂ ਨਾਭੇ ਦਾ ਵਿਚੋਲਾ ਗੁਰਤੇਜ ਸਿੰਘ ਵਿੱਚ ਪਾਇਆ, ਆਪਦੀ ਭੂਆ ਦਾ ਮੁੰਡਾ। ਅਤੇ ਤੁਸੀਂ ਇੱਕ ਚੀਜ਼ ਦੱਸਿਓ ਮੈਨੂੰ ਇੱਥੇ, ਮੈਂ ਤੁਹਾਨੂੰ ਰੋਕਾਂਗਾ ਕਿ ਤੁਸੀਂ ਕਿਹਾ ਕਿ 16 ਲੱਖ ਦੀ ਡਿਮਾਂਡ ਉਹਨਾਂ ਨੇ ਕੀਤੀ ਸੀਗੀ। ਡਿਮਾਂਡ ਕਿਉਂ ਕੀਤੀ? ਅਕਸਰ ਤਾਂ ਜਦੋਂ ਰਿਸ਼ਤੇ ਹੁੰਦੇ ਆ ਉਦੋਂ ਇਸ ਤਰ੍ਹਾਂ ਦੀਆਂ ਡਿਮਾਂਡਾਂ ਨਹੀਂ ਹੁੰਦੀਆਂ। ਜ਼ਿਆਦਾਤਰ ਇਹ ਹੁੰਦਾ ਕਿ ਲੜਕੇ ਵਾਲੇ ਜਿਹੜੇ ਆ ਉਹ ਫਿਰ ਵੀ ਕਦੇ ਮੰਗ ਜਿਹੜੀ ਆ ਉਹ ਆਪਣੀ ਰੱਖ ਲੈਂਦੇ ਕਿ ਸਾਨੂੰ ਇਹ ਚੀਜ਼ ਚਾਹੀਦੀ ਹੈ, ਇਹ ਚੀਜ਼ ਨਹੀਂ ਚਾਹੀਦੀ। ਹਾਲਾਂਕਿ ਚਲੋ ਕਾਨੂੰਨ ਦੇ ਵਿੱਚ ਇਹ ਵੀ ਚੀਜ਼ਾਂ ਜਿਹੜੀਆਂ ਨੇ ਉਹ ਜਾਇਜ਼ ਨਹੀਂ ਹੈਗੀਆਂ, ਪਰ ਤੁਹਾਨੂੰ ਲੱਗਿਆ ਨਹੀਂ ਕਿ 16 ਲੱਖ ਦੀ ਡਿਮਾਂਡ ਲੜਕੀ ਦਾ ਪਰਿਵਾਰ ਉਹ ਕਰ ਰਿਹਾ ਹੈ ਅਤੇ ਕਿਸ ਗੱਲ ਦੇ ਪੈਸੇ ਮੰਗ ਰਿਹਾ? ਅਸੀਂ ਤਾਂ ਜਿਹੜਾ ਰਿਸ਼ਤਾ ਉਹ ਅਰੇਂਜ ਕਰਨਾ ਆ, ਤਾਂ ਫਿਰ ਇਸ ਤਰ੍ਹਾਂ ਦੀ ਡਿਮਾਂਡ ਕਿਉਂ? ਦੇਖੋ ਜੀ ਇਹ ਗੱਲ ਦਾ ਮੈਨੂੰ ਨਹੀਂ ਪਤਾ। ਉਹਨਾਂ ਨੇ ਕਿਹਾ ਵੀ 16 ਲੱਖ ਦੀ ਡਿਮਾਂਡ ਹੈ ਸਾਡੀ, ਜੋ ਕਿ ਸਾਡਾ ਕੁੜੀ 'ਤੇ ਭੇਜਣ ਦੇ ਬਾਹਰ 19 ਲੱਖ ਰੁਪਇਆ ਲੱਗਿਆ ਹੈ, ਅਤੇ ਅਸੀਂ ਸੋਤੋਂ ਸਿਰਫ 16 ਲੱਖ ਰੁਪਇਆ ਹੀ ਸਾਡੀ ਡਿਮਾਂਡ ਰੱਖੀ ਹੈ, ਜੋ ਕਿ ਉਸ ਨੂੰ ਭੇਜਣ ਵਿੱਚ ਖਰਚਾ ਆਇਆ। ਅਸੀਂ ਨੇ ਤੈਨੂੰ ਕੈਨੇਡਾ ਕੱਢਣ ਵਿੱਚ ਅਸੀਂ 16 ਲੱਖ ਰੁਪਇਆ ਲਵਾਂਗੇ, ਅਤੇ 16 ਲੱਖ 'ਤੇ ਮੈਂ ਹਾਂ ਕਰ ਦਿੱਤੀ। ਉਸ ਤੋਂ ਬਾਅਦ ਅਤੇ 6-7 ਜੁਲਾਈ ਨੂੰ ਕੁੜੀ ਇੰਡੀਆ ਵਾਪਸ ਆ ਗਈ, ਜੋ ਕਿ ਆਉਣ ਦੀ ਟਿਕਟ ਵੀ ਉਸ ਨੂੰ ਮੈਂ ਲੈ ਕੇ ਦਿੱਤੀ ਸੀ, ਜੋ ਕਿ ਮੈਂ 16 ਲੱਖ ਵਿੱਚੋਂ ਕੱਟਣੀ ਸੀ। ਅਤੇ ਉਸ ਤੋਂ ਬਾਅਦ 10 ਜੁਲਾਈ 2019 ਵਿੱਚ ਸੈਫਰਨ ਪੈਲੇਸ ਵਿੱਚ ਮੇਰੇ ਵਿਆਹ ਹੋ ਗਿਆ, ਅਤੇ ਸਾਡੀ ਵਧੀਆ ਗੱਲ ਚੱਲਦੀ ਰਹੀ, ਵਧੀਆ ਅਸੀਂ ਇੱਕ ਦੂਜੇ ਨਾਲ ਰਹਿੰਦੇ ਸੀ। ਅਤੇ 28 ਅਗਸਤ 2019 ਨੂੰ ਅਸੀਂ ਉਸ ਨੂੰ ਦਿੱਲੀ ਏਅਰਪੋਰਟ ਤੋਂ ਜਾ ਕੇ ਚੜ੍ਹਾਇਆ, ਜੋ ਕਿ ਮੇਰੀ ਸੱਸ ਨੂੰ ਵੀ ਅਸੀਂ ਨਾਲ ਲੈ ਕੇ ਗਏ। ਅਤੇ ਉਸ ਤੋਂ ਬਾਅਦ ਸਾਡੀ ਵਧੀਆ ਗੱਲ ਹੁੰਦੀ ਰਹੀ ਅਤੇ ਵਧੀਆ ਪਿਆਰ ਸੀ ਸਾਡਾ। ਅਤੇ 2019 ਤੋਂ ਬਾਅਦ 2020 ਮਾਰਚ ਵਿੱਚ ਹੀ ਉਸਨੇ ਮੇਰੇ ਤੋਂ ਫੀਸ ਮੰਗ ਲਈ, ਜੋ ਕਿ ਮੈਂ ਬਿਨਾਂ ਪੁੱਛੇ ਕਿਸੇ ਗੱਲ ਤੋਂ ਮੈਂ ਚੁੱਪਚਾਪ ਉਹਦੀ ਫੀਸ ਭਰ ਦਿੱਤੀ, ਉਸਦੇ ਅਕਾਊਂਟ ਵਿੱਚ ਪੈਸੇ ਪਾ ਦਿੱਤੇ 3 ਲੱਖ ਰੁਪਈਆ। ਅਤੇ ਉਸ ਤੋਂ ਬਾਅਦ ਉਸਨੇ ਮੈਨੂੰ ਕਿਹਾ ਵੀ ਮੈਨੂੰ 2020 ਦੇ ਦਸੰਬਰ ਵਿੱਚ ਲਾਸਟ ਵਿੱਚ 1 ਲੱਖ ਰੁਪਈਆ ਚਾਹੀਦਾ ਹੈ ਹੁਣ ਫੀਸ ਵਾਸਤੇ। ਮੈਂ ਚਲੋ ਕੋਈ ਗੱਲ ਨਹੀਂ, ਦਸੰਬਰ ਤਾਂ ਹਜੇ ਬਹੁਤ ਦੂਰ ਹੈ, ਭਰ ਦੇਵਾਂਗੇ। ਅਤੇ ਫਿਰ ਉਸਨੇ ਜੂਨ ਵਿੱਚ ਹੀ ਜਾ ਕੇ ਐਂਡ ਵਿੱਚ ਮੈਨੂੰ ਕਹਿ ਦਿੱਤਾ ਮੈਨੂੰ 3 ਲੱਖ ਰੁਪਈਆ ਹੋਰ ਫੀਸ ਚਾਹੀਦਾ, ਮੈਨੂੰ ਕੰਮ ਨਹੀਂ ਮਿਲਿਆ। ਅਤੇ ਫਿਰ ਮੈਂ ਉਸ ਨੂੰ ਕਿਹਾ, ਉਸ ਟਾਈਮ ਮੇਰਾ ਹੱਥ ਟਾਈਟ ਸੀ ਵੀ ਮੇਰੇ ਕੋਲ ਪੈਸੇ ਨਹੀਂ ਹੈਗੇ, ਤਾਂ ਉਹਦੇ ਫਰੈਂਡ ਸਰਕਲ ਤੋਂ ਕਰ ਲੈ। ਅਤੇ ਉਹ ਕਹਿੰਦੀ ਫਰੈਂਡ ਸਰਕਲਾਂ ਕੋਲ ਇੰਨੇ ਹੈਗੇ ਨਹੀਂ ਪੈਸੇ, ਨਾ ਉਰੇ ਕੈਨੇਡਾ ਵਿੱਚ ਸਟੂਡੈਂਟਾਂ ਕੋਲ ਇੰਨੇ ਪੈਸੇ ਹੁੰਦੇ ਨੇ। ਮੈਂ ਉਸ ਦੀ ਗੱਲ ਸੁਣੀ ਅਤੇ ਠੀਕ ਹੈ ਅਤੇ ਕਿਹਾ। ਅਤੇ ਉਸ ਤੋਂ ਬਾਅਦ ਉਸਨੇ ਮੇਰੀ ਭੈਣ ਨੂੰ ਫ਼ੋਨ ਕਰ ਦਿੱਤਾ ਵੀ ਆਕਾਸ਼ ਮੇਰੀ ਫੀਸ ਨਹੀਂ ਭਰਦਾ। ਅਤੇ ਫਿਰ ਮੈਂ ਪੈਸੇ ਵੀ ਤਿਆਰ ਕਰ ਲਏ ਮੇਰੇ ਮਦਰ ਨੇ, ਅਤੇ ਮੇਰੇ ਸਹੁਰਾ ਸਾਹਿਬ ਨੂੰ ਮੈਂ ਫ਼ੋਨ ਕੀਤਾ ਵੀ ਸਾਡੇ ਨਾਲ ਮਹਿਕਪ੍ਰੀਤ ਮੇਰੇ ਨਾਲ ਗੱਲ ਨਹੀਂ ਕਰਦੀ, ਅਤੇ ਉਹਨਾਂ ਨੇ ਕਿਹਾ ਕੋਈ ਗੱਲ ਨਹੀਂ ਭਾਈ ਕਰ ਲੂ। ਜਿੱਥੋਂ ਮੈਨੂੰ ਦੁੱਖ ਲੱਗਿਆ ਵੀ ਨਾ ਕੋਈ ਬੇਟਾ ਨਾ ਕੋਈ ਪੁੱਤ ਭਾਈ, ਮੈਂ ਚਲੋ ਕੋਈ ਗੱਲ ਨਹੀਂ। ਉਸ ਤੋਂ ਬਾਅਦ ਥੋੜ੍ਹੇ ਟਾਈਮ ਬਾਅਦ ਜਾਂ ਦਿਨਾਂ ਬਾਅਦ ਹੀ ਮੇਰੀ ਸੱਸ ਦਾ ਫ਼ੋਨ ਆ ਗਿਆ, ਕਹਿੰਦੇ ਘਰੇ ਆਇਓ ਗੱਲ ਕਰਕੇ ਜਾਣੀ ਹੈ। ਅਤੇ ਉਹਨਾਂ ਨੇ ਕਿਹਾ, ਗੱਲਾਂ ਕਰਦੇ ਕਰਦੇ ਜਿੱਥੇ ਮੈਂ ਜਾ ਕੇ ਬਹਿੰਦਾ ਹੁੰਦਾ ਸੀ, ਮੈਂ ਦੇਖਿਆ ਸਾਹਮਣੇ ਪੌੜੀਆਂ ਵਿੱਚ ਮੇਰੀ ਫੋਟੋ ਉਤਰੀ ਹੋਈ ਸੀ, ਜਿੱਥੋਂ ਮੈਂ ਸਮਝ ਹੀ ਚੁੱਕਿਆ ਸੀ ਇਸ਼ਾਰਾ ਵੀ ਮਾਮਲਾ ਗੜਬੜ ਹੋ ਗਿਆ। ਅਤੇ ਅਸੀਂ ਗੱਲਾਂ ਕਰਦੇ ਰਹੇ, ਉਹਨਾਂ ਨੇ ਫਿਰ ਗੱਲ ਤੋਰੀ, ਕਹਿੰਦੇ ਹੁੰਦੇ ਸੋ ਹੁੰਦੇ ਤੁਸੀਂ ਨੰਗਾ ਮਲੰਗਾਂ ਵਾਲੀਆਂ ਗੱਲਾਂ ਕਰਦੇ ਹੋ। ਅਸੀਂ ਚੁੱਪ-ਚਾਪ ਸੁਣੀ ਗਏ। ਫਿਰ ਥੋੜ੍ਹੇ ਟਾਈਮ ਬਾਅਦ ਕਹਿੰਦੇ ਅਸੀਂ ਤੁਹਾਡੇ ਨਾਲ ਰਿਸ਼ਤਾ ਨਹੀਂ ਰੱਖਣਾ, ਸਾਡੀ ਤਾਂ ਸਤਿ ਸ਼੍ਰੀ ਅਕਾਲ, ਅਸੀਂ ਨਿਬੇੜਾ ਕਰਨਾ। ਅਸੀਂ ਸਾਰੀਆਂ ਗੱਲਾਂ ਸੁਣ ਕੇ ਉਹਦੇ ਪੈਰ ਹੀ ਮੈਂ, ਮੇਰਾ ਭਰਾ, ਮੇਰੀ ਭਰਜਾਈ, ਮੇਰੀ ਮਾਂ, ਅਸੀਂ ਸਾਰੇ ਵਾਪਸ ਆ ਗਏ। ਅਤੇ ਉਸ ਤੋਂ ਬਾਅਦ ਉਹ ਕਹਿੰਦੇ ਨਿਬੇੜਾ ਕਰਨਾ, ਬਹਿ ਕੇ ਕਰ ਲਓ। ਅਸੀਂ ਗੁਰਦੁਆਰਾ ਨਾਨਕੀਆਣਾ ਸਾਹਿਬ ਸਥਿਤ ਸੰਗਰੂਰ ਵਿੱਚ ਬਹਿ ਕੇ ਨਿਬੇੜਾ ਕਰਨ ਲਈ ਪਹੁੰਚੇ। ਉਹ ਆਪਦਾ ਖਰਚਾ ਲੈ ਕੇ, ਮੈਂ ਆਪਦਾ, ਜਿਸ ਵਿੱਚ ਖਰਚੇ ਦੀ ਗੱਲ ਜਦੋਂ ਤੁਰੀ ਮੇਰੀ ਲਿਸਟ ਉਹਨਾਂ ਨੂੰ ਮੈਂ ਦਿੱਤੀ। ਉਹਨਾਂ ਨੇ ਮੇਰੀ 3 ਲੱਖ ਫੀਸ 'ਤੇ ਕਾਟਾ ਮਾਰ ਦਿੱਤਾ, ਜੋ ਮਾਰਚ ਵਿੱਚ ਮੈਂ ਭਰੀ ਸੀ। ਉਹ ਕਹਿੰਦੇ ਫੀਸ ਨਹੀਂ ਲੱਗ ਸਕਦੀ, ਕੁੜੀ ਵਿਆਹ ਕੇ ਤੇਰੇ ਘਰੇ ਚਲੀ ਗਈ, ਫੀਸ ਤਾਂ ਤੂੰ ਭਰੇਂਗਾ ਹੀ। ਮੈਂ ਕਿਹਾ ਜੀ ਜਦੋਂ ਨਿਬੇੜਾ ਕਰਨ 'ਤੇ ਆ ਕੇ ਤੁਸੀਂ ਨੇ ਮੇਰੇ ਨਾਲ ਰਿਸ਼ਤਾ ਹੀ ਨਹੀਂ ਰੱਖਣਾ, ਫਿਰ ਮੈਂ ਫੀਸ ਤਾਂ ਖਰਚੇ 'ਚ ਲਾਊਂਗਾ ਹੀ ਜੋ ਪੈਸੇ ਚੱਲਣੇ। ਅਤੇ ਦੂਸਰਾ ਉਹਨਾਂ ਨੇ ਮੇਰੀ ਟਿਕਟ 'ਤੇ ਵੀ ਕਾਟਾ ਲਾ ਦਿੱਤਾ ਜੋ ਮੈਂ ਭਰੀ ਸੀ। ਅਤੇ ਮੈਂ ਕਿਹਾ ਟਿਕਟ ਵੀ ਲੱਗੂਗੀ, ਜਦੋਂ ਵਿਆਹ ਤੋਂ ਪਹਿਲਾਂ ਆਉਣ ਲਈ ਮੈਂ ਲੈ ਕੇ ਦਿੱਤੀ। ਅਤੇ ਕੋਰਟ ਮੈਰਿਜ ਉਹਨਾਂ ਨੇ ਕਹਿੰਦੇ ਕੋਰਟ ਮੈਰਿਜ ਫੇਰ ਕਰਾਵਾਂਗੇ ਵਿਆਹ ਤੋਂ ਬਾਅਦ, ਕਹਿੰਦੇ ਪਹਿਲਾਂ ਪੈਸੇ ਦਿਓ। ਮੈਂ ਵਿਚੋਲਿਆਂ ਨੂੰ ਕਿਹਾ ਮੈਂ ਪੈਸੇ ਵੀਜ਼ਾ ਲੱਗਣ ਤੋਂ ਬਾਅਦ ਹੋ ਜਾਂਦੇ ਹਨ, ਮੈਨੂੰ ਵਿਸ਼ਵਾਸ ਨਹੀਂ, ਕਿਉਂਕਿ ਮੈਂ ਕੋਈ ਲਿਖਤ ਨਹੀਂ ਕਰੀ ਇਹਨਾਂ ਨਾਲ ਪੈਸਿਆਂ ਦੀ। ਉਹ ਕਹਿੰਦੇ ਕੋਰਟ ਮੈਰਿਜ ਹੀ ਫੇਰ ਕਰਾਵਾਂਗੇ, ਪਹਿਲਾਂ ਸਾਨੂੰ ਅੱਧੇ ਪੈਸੇ ਪਾਓ। ਫਿਰ ਮੈਂ 7 ਲੱਖ ਰੁਪਈਆ ਮੇਰੇ ਮਦਰ ਨੇ RTS ਲੱਡਾ SBI ਬੈਂਕ 'ਚ ਜਾ ਕੇ ਉਹਨਾਂ ਦੇ ਰਣਜੋਤ ਸਿੰਘ ਦੇ, ਜੋ ਕਿ ਕੁੜੀ ਦੇ ਫਾਦਰ ਹਨ, ਉਹਨਾਂ ਦੇ ਖਾਤੇ ਵਿੱਚ RTS ਕਰ ਦਿੱਤਾ। ਲੱਖ ਰੁਪਈਆ ਅਸੀਂ ਇਸ ਲਈ ਨਹੀਂ ਕੀਤਾ ਕਿਉਂਕਿ ਮੈਂ ਉਹਨਾਂ ਨੂੰ ਪਹਿਲਾਂ ਹੀ ਟਿਕਟ ਲੈ ਕੇ ਦਿੱਤੀ ਸੀ ਮੇਰੇ ਵਾਈਫ ਮਹਿਕਪ੍ਰੀਤ ਕੌਰ ਨੂੰ, ਜੋ ਕਿ ਮੈਂ ਬਾਅਦ 'ਚੋਂ ਕੱਟਣੀ ਸੀ। ਅਤੇ ਉਸ ਤੋਂ ਬਾਅਦ ਗੁਰਦੁਆਰੇ ਵਿੱਚ ਜੋ ਕਿ ਗੱਲ ਨਿਬੜੀ, ਉਸ ਤੋਂ ਬਾਅਦ ਲਿਖਤ ਕਰਨ ਲਈ ਸੰਗਰੂਰ ਤਹਿਸੀਲ ਵਿੱਚ ਪਹੁੰਚੇ, ਜਿਸ ਤੋਂ
ਸਾਨੂੰ ਸਾਰਿਆਂ ਨੇ ਸਲਾਹ ਦਿੱਤੀ ਵੀ ਤੁਸੀਂ ਲਿਖਤ ਨਾ ਕਰੋ, ਤੁਸੀਂ ਵਿਆਹ ਪੱਕਾ ਕੀਤਾ ਹੈ, ਬਾਹਰੇ ਜਾਓ ਅਤੇ ਆਪਦਾ ਹੱਸ ਕੇ ਰਹੋ। ਕਈ ਵਾਰ 100 ਗੱਲਾਂ ਹੁੰਦੀਆਂ ਹਨ, ਜਦੋਂ ਫਰਕ ਪੈਂਦਾ ਹੈ ਬਾਹਰੇ ਜਾ ਕੇ ਜਦੋਂ ਮਿਲੋਗੇ ਗੱਲਾਂ ਸਾਰੀਆਂ ਸੈੱਟ ਹੋ ਜਾਣਗੀਆਂ। ਅਸੀਂ ਉੱਥੇ ਲਿਖਤ ਨਹੀਂ ਕੀਤੀ, ਅਸੀਂ ਆ ਗਏ। ਅਤੇ ਉਸ ਤੋਂ ਬਾਅਦ 2020 ਦੇ ਨਵੰਬਰ ਵਿੱਚ ਮੇਰੇ ਸਹੁਰਾ ਸਾਹਿਬ ਦੀ ਡੈਥ ਹੋ ਗਈ, ਜਦ ਕਿ ਮੈਨੂੰ ਉਹਨਾਂ ਨੇ ਦੱਸਿਆ ਨਹੀਂ, ਨਾ ਕੋਈ ਇਨਫੋਰਮੇਸ਼ਨ ਦਿੱਤੀ, ਨਾ ਕੋਈ ਕਾਲ ਕੀਤਾ। ਮੈਂ ਇੰਸਟਾ 'ਤੇ ਸਟੇਟਸ ਦੇਖਿਆ ਉਹਨਾਂ ਦੇ ਹੀ ਘਰਾਂ ਵਿੱਚੋਂ, ਮਹਿਕ ਦੇ ਭਰਾ ਨੇ ਪਾਇਆ ਹੋਇਆ ਸੀ, ਅਤੇ ਮੈਂ ਨਾਲ ਦੀ ਨਾਲ ਮੇਰੇ ਸਹੁਰੇ ਪਰਿਵਾਰ ਉੱਥੇ ਘਰੇ ਚਲਾ ਗਿਆ ਗੱਡੀ ਲੈ ਕੇ। ਅਤੇ ਦੁੱਖ ਦੀ ਘੜੀ ਸੀ, ਜਾਣਾ ਹੀ ਸੀ ਜਦੋਂ ਰਿਸ਼ਤਾ ਬਣਿਆ ਸੀ। ਅਤੇ ਉਸ ਤੋਂ ਬਾਅਦ ਅਸੀਂ ਪੁੱਛਿਆ ਵੀ ਫ਼ੋਨ ਕਿਉਂ ਨਹੀਂ ਕੀਤਾ ਮੇਰੇ ਮਦਰ ਨੇ, ਉਹ ਕਹਿੰਦੇ ਵੀ ਭੁੱਲ ਗਏ। ਚਲੋ ਕੋਈ ਗੱਲ ਨਹੀਂ ਜੀ, ਭੁੱਲ ਗਏ ਤਾਂ ਠੀਕ ਆ, ਦੁੱਖ ਦੀ ਘੜੀ ਆ, ਬੰਦਾ ਭੁੱਲ ਜਾਂਦਾ। ਉਸ ਤੋਂ ਬਾਅਦ ਨਾ ਉਹਨਾਂ ਨੇ ਮੈਨੂੰ ਕੋਈ ਫੁੱਲਾਂ ਲਈ ਫ਼ੋਨ ਕੀਤਾ, ਨਾ ਭੋਗ ਲਈ। ਮੈਨੂੰ ਸਾਰੇ ਕਹਿੰਦੇ ਵੀ ਸਤਿ ਸ਼੍ਰੀ ਅਕਾਲ ਕੀਤੀ ਆ ਉਹਨਾਂ ਨੇ ਤੇਰੇ ਨਾਲ ਰਿਸ਼ਤਾ ਨਹੀਂ ਰੱਖਣਾ, ਤੂੰ ਕਿਉਂ ਜਾ ਰਿਹਾ ਵਾਰ-ਵਾਰ। ਮੈਂ ਜਦੋਂ ਪਹਿਲਾਂ ਗੱਲਬਾਤ ਤੁਹਾਡੀ ਹੋਈ ਸੀ ਕਿ ਲੜਕੀ ਬਾਹਰ ਚਲੀ ਗਈ, ਤਾਂ ਉਸ ਤੋਂ ਬਾਅਦ ਕਦੇ ਫਾਈਲ ਨਹੀਂ ਲਗਾਈ, ਕੋਸ਼ਿਸ਼ ਨਹੀਂ ਕੀਤੀ ਕਿ ਤੁਹਾਨੂੰ ਬਾਹਰ ਜਿਹੜਾ ਉਹ ਬੁਲਾਇਆ ਜਾਏ? ਹਾਂਜੀ ਸਰ, ਫਾਈਲ ਲਾਈ ਸੀ ਉਹਨਾਂ ਨੇ ਮੇਰੀ 2019 ਦੇ ਦਸੰਬਰ 16-17 ਪਤਾ ਨਹੀਂ 15 ਨੂੰ ਹੀ ਮੇਰੀ ਫਾਈਲ ਔਨਲਾਈਨ ਲਾ ਦਿੱਤੀ ਸੀ ਹੈਰੀ ਬੈਨੀਪਾਲ ਨੇ, ਜੋ ਕਿ ਕੁੜੀ ਦਾ ਕਜ਼ਨ ਹੈ, ਜੋ ਵੀ ਕੈਨੇਡਾ ਵਿੱਚ ਹੀ ਰਹਿੰਦਾ ਹੈ। ਔਨਲਾਈਨ ਫਾਈਲ ਲਾਈ ਸੀ ਅਤੇ ਜਿਸ ਦਾ ਰਿਜ਼ਲਟ ਜਨਵਰੀ 2020 ਵਿੱਚ ਆਇਆ ਸੀ 14-15 ਨੂੰ, ਜਿਸ ਵਿੱਚ ਮੇਰੀ ਰਿਫਿਊਜ਼ਲ ਆਈ ਸੀ, ਜਿਸ ਵਿੱਚ ਇਨਸਫੀਸ਼ੀਐਂਟ ਬੈਲੈਂਸ ਲਿਖਿਆ ਸੀ ਅਤੇ ਬਾਕੀ ਪਤਾ ਨਹੀਂ ਕੀ ਲਿਖਿਆ ਸੀ, ਮੇਰੇ ਯਾਦ ਨਹੀਂ। ਇੱਕ ਵਾਰ ਮੇਰੀ ਫਾਈਲ PVSC ਵਿੱਚ ਇੰਨਾ ਵੀ ਚੜ੍ਹ ਚੁੱਕਿਆ ਹੈ ਕਿ ਅਕੋਰਡਿੰਗ ਟੂ ਪੇਪਰਸ ਅਤੇ ਅਕੋਰਡਿੰਗ ਟੂ ਰੂਲਸ ਉਹ ਮੇਰੀ ਵਾਈਫ ਹੈ। ਅਤੇ ਉਸ ਤੋਂ ਬਾਅਦ ਮੇਰੇ ਮੁੜ ਕੇ ਕਦੇ ਮੇਰੀ ਫਾਈਲ ਨਹੀਂ ਲਾਈ। 2020 ਦੇ ਜੂਨ ਵਿੱਚ ਹੀ ਫੀਸ ਦੇ ਚੱਕਰ ਕਾਰਨ ਹੀ ਸਾਰਾ ਰੌਲਾ ਪੈ ਗਿਆ। ਫਿਰ ਸਾਡੇ ਰਿਸ਼ਤੇ ਵਿੱਚ ਡਿਸਪਿਊਟ ਪੈਂਦਾ ਗਿਆ ਅਤੇ ਕੁੜੀ ਨੇ ਮੇਰੇ ਨਾਲ ਗੱਲ ਕਰਨੀ ਬੰਦ ਕਰ ਦਿੱਤੀ, ਮੈਨੂੰ ਬਲੌਕ ਕਰ ਦਿੱਤਾ। ਉਸ ਤੋਂ ਬਾਅਦ ਕਦੋਂ ਕੁੜੀ ਦੇ ਫਾਦਰ ਸਾਹਿਬ ਦੀ, ਮੇਰੇ ਸਹੁਰਾ ਸਾਹਿਬ ਦੀ ਡੈਥ ਹੋਈ, ਉਹ ਦਿਨ ਹੀ ਮੈਨੂੰ ਉਹਨੇ ਅਨਬਲੌਕ ਕੀਤਾ। ਮੇਰੇ ਨਾਲ ਗੱਲ ਕੀਤੀ ਥੋੜ੍ਹੀ ਜਿਹੀ, ਮੁੜ ਕੇ ਮੇਰੇ ਨਾਲ ਕੋਈ ਗੱਲ ਨਹੀਂ ਹੋਈ ਜੀ, ਨਾ ਹੀ ਮੈਂ ਕੋਈ ਮੈਸੇਜ ਕੀਤਾ। ਉਦੋਂ ਕੀ ਗੱਲ ਹੋਈ ਸੀਗੀ? ਉਦੋਂ ਮੈਂ ਕਿਹਾ ਸੀ ਮੈਂ ਬਹੁਤ ਮਾੜਾ ਹੋਇਆ ਜੀ, ਬਹੁਤ ਰੋ ਰਹੀ ਸੀ। ਜਦੋਂ ਫਾਦਰ ਦੀ ਡੈਥ ਹੁੰਦੀ ਹੈ ਤੁਹਾਨੂੰ ਪਤਾ ਹੀ ਹੈ ਕੀ ਬਣਦਾ ਹੈ ਆਪਣੇ ਅਤੇ ਫਾਦਰ ਮਦਰ ਦੀ, ਘਰ ਖਾਲੀ ਹੋ ਜਾਂਦਾ ਹੈ। ਅਤੇ ਰੋ ਰਹੀ ਸੀ ਅਤੇ ਵੀਡੀਓ ਕਾਲ ਸਾਹਮਣੇ ਵੀ ਨਹੀਂ ਸੀ ਆ ਰਹੀ। ਉਹਨੇ 10 ਵਾਰ 8-10 ਵਾਰ ਉਹਨੂੰ ਕਿਹਾ, ਫਿਰ ਕਿਤੇ ਸਾਹਮਣੇ ਹੀ, ਫਿਰ ਕਿਤੇ ਗੱਲ ਹੋਈ। ਮੈਂ ਕੋਈ ਗੱਲ ਨਹੀਂ, ਮੈਂ ਆ ਜਾਵਾਂਗਾ, ਕੰਮ ਸਾਰਾ ਸੈੱਟ ਹੋ ਜਾਊਗਾ। ਉਹ ਕਹਿੰਦੀ ਹੁਣ ਜਿਹੜੀ ਗੱਲ ਹੋਈ ਹੈ ਫੈਮਲੀਆਂ ਨੇ ਕੀਤੀ ਹੈ, ਉੱਥੇ ਹੀ ਖੜਾਂਗੇ ਅਤੇ ਡਿਵੋਰਸ ਹੀ ਹੋਊਗਾ। ਮੈਂ ਚਲੋ ਮੈਂ ਚੁੱਪ ਕਰ ਗਿਆ ਜੀ ਜਦੋਂ ਗੱਲ ਕਹੀ ਵੀ ਇੱਥੇ ਤੱਕ ਪਹੁੰਚ ਗਿਆ। ਉਹ ਕਹਿੰਦੇ ਫੈਮਲੀ, ਜਦੋਂ ਆਪਾਂ ਵਿਆਹ ਕਰਾਉਂਦੇ ਹਾਂ ਇੱਕ ਦੂਜੇ ਨਾਲ, ਵਿਆਹ ਬੰਧਨ ਵਿੱਚ ਬੰਧ ਜਾਂਦੇ ਹਾਂ, ਆਪਦੇ ਫੈਸਲੇ ਹੋ ਜਾਂਦੇ ਨਾ, ਫਿਰ ਫੈਮਲੀ ਥੋੜ੍ਹੀ ਨਾ ਜੀ ਫੈਸਲੇ ਲੈਂਦੀ ਹੈ, ਜਦ ਕਿ ਉਹਨੂੰ ਆਪ ਸੋਚਣਾ ਚਾਹੀਦਾ ਵੀ ਮੈਂ ਡਿਵੋਰਸ ਲੈਣਾ। ਉਹਨਾਂ ਨੇ ਮੈਨੂੰ ਵੀਡੀਓ 'ਚ ਵੀ ਕਹਿ ਦਿੱਤਾ ਸੀ ਵੀ ਫੈਸਲਾ ਘਰ ਦੇ ਲੈਣਗੇ। ਮੈਂ ਚਲੋ ਕੋਈ ਗੱਲ ਨਹੀਂ, ਇਟਸ ਓਕੇ ਜੀ, ਜਿਹੜਾ ਹੋ ਗਿਆ ਸੀ ਹੋ ਗਿਆ। ਅਤੇ ਉਸ ਤੋਂ ਬਾਅਦ ਸਾਡੀ ਕੋਈ ਗੱਲ ਨਹੀਂ ਹੋਈ। ਅਤੇ ਫਿਰ ਮੇਰੇ ਸਹੁਰਾ ਸਾਹਿਬ ਦੇ ਮਰਨ ਤੋਂ ਬਾਅਦ ਅਸੀਂ ਨੇ SSP ਆਫਿਸ ਸੰਗਰੂਰ ਪੁਲਿਸ ਲਾਈਨ ਵਿੱਚ ਐਪਲੀਕੇਸ਼ਨ ਦੇ ਦਿੱਤੀ, ਜਿਸ ਵਿੱਚ ਉਹਨਾਂ ਨੇ ਪਾਵਰ ਆਫ ਅਟੋਰਨੀ ਨਹੀਂ ਸੀ ਮੰਗਾਈ, ਤਲਾਕ ਨਹੀਂ ਸੀ ਹੋ ਸਕਦਾ। ਫਿਰ ਉੱਥੇ DSP ਅਜਬ ਸਿੰਘ ਕੋਲ ਮਾਰਕ ਹੋਈ ਐਪਲੀਕੇਸ਼ਨ, ਅਤੇ ਉੱਥੇ ਉਹਨਾਂ ਨੇ ਕਿਹਾ ਪਹਿਲੀ ਮੀਟਿੰਗ ਵਿੱਚ ਉਹਨਾਂ ਨੇ ਕਿਹਾ ਵੀ ਪਿੰਡ ਦੇ ਸੂਝਵਾਨ ਬੰਦੇ ਲੈ ਕੇ ਪਹੁੰਚਿਓ। ਮੈਂ ਪਿੰਡ ਦੀ ਪੰਚਾਇਤ ਲੈ ਕੇ ਪਹੁੰਚ ਚੁੱਕਿਆ ਅਤੇ ਦੂਜੀ ਵਿੱਚ ਪਹੁੰਚਿਆ ਅਤੇ ਪਿੰਡ ਦੀ ਪੰਚਾਇਤ ਕਹਿੰਦੀ ਅਸੀਂ ਗੱਲ ਕਰ ਲਈਏ। ਉਹਨਾਂ ਨੇ ਪਹਿਲਾਂ ਹੀ ਗੱਲ ਕਰੀ ਅਤੇ ਮੈਂ ਉਹਨਾਂ ਨੂੰ ਕਿਹਾ ਪਿੰਡ ਦੀ ਪੰਚਾਇਤ ਨੂੰ ਵੀ ਮੈਨੂੰ ਵਿੱਚ ਗੱਲ ਕਰ ਲਓ। ਉਹ ਕਹਿੰਦੇ ਨਹੀਂ ਵੀ ਕਾਕਾ ਤੈਨੂੰ ਬੋਲੇਗਾ ਤਾਂ ਮੁੱਦਾ ਭਖੂਗਾ ਅਤੇ ਲੜਾਈ ਹੋਣ ਦਾ ਵੀ ਡਰ ਹੈ, ਅਸੀਂ ਕਰਵਾ ਦਿੰਦੇ ਹਾਂ। ਤਾਂ ਉਹਨਾਂ ਨੇ ਰਾਜੀਨਾਮਾ ਕਰਵਾ ਦਿੱਤਾ, ਜੋ ਕਿ ਮੈਂ ਰਾਜੀਨਾਮਾ 100 ਵਾਲੇ ਸਟਾਂਪ 'ਤੇ ਲਿਖ ਲਿਆ। ਉਸ ਤੋਂ ਬਾਅਦ ਉਹਨਾਂ ਨੇ ਪਾਵਰ ਆਫ ਅਟੋਰਨੀ ਵਿੱਚ 2 ਮਹੀਨੇ ਫੇਰ ਲੇਟ ਹੋ ਗਏ। ਮੈਂ ਚੱਕ ਕੇ ਫੇਰ ਐਪਲੀਕੇਸ਼ਨ ਦੇ ਦਿੱਤੀ SSP ਆਫਿਸ। ਫਿਰ ਮੈਨੂੰ DSP ਅਜਬ ਸਿੰਘ ਬਾਤ ਕਹਿੰਦੇ ਹੁਣ ਤੂੰ ਰਾਜੀਨਾਮਾ ਕਰ ਲੈ, ਹੁਣ ਕਿਵੇਂ ਤੇਰਾ ਮੁੱਦਾ ਸੋਲਵ ਹੋਊਗਾ। ਅਤੇ ਫਿਰ ਮੈਂ ਦੂਸਰੀ ਵਾਰ ਫੇਰ ਰਾਜੀਨਾਮਾ ਕਰ ਲਿਆ ਜੀ। ਹੁਣ ਮੇਰੀ ਤਲਾਕ ਦੀ 1 ਤਰੀਕ ਪੈ ਚੁੱਕੀ ਹੈ ਅਤੇ ਦੂਜੀ ਮੇਰੀ 2022 10 ਜਨਵਰੀ ਨੂੰ ਹੈ, ਜੋ ਕਿ ਮੈਂ ਕਹਿ ਕੇ ਆਇਆ ਮੈਂ 100 ਵਾਰ ਸੋਚ ਕੇ ਆਵਾਂਗਾ, ਜਿਸ ਕਾਰਨ ਮੇਰੇ ਡਿਵੋਰਸ ਪੇਪਰ ਤੋਂ ਬਿਨਾਂ ਉਹਨੂੰ PR ਵੀ ਨਹੀਂ ਮਿਲਦੀ, ਅਤੇ ਮੈਂ 100 ਵਾਰ ਸੋਚ ਕੇ ਹੀ ਜਾਵਾਂਗਾ ਭਾਅ ਜੀ। ਇਹ ਦੱਸੋ ਕਿ ਜਦੋਂ ਪਹਿਲਾਂ ਤੁਹਾਨੂੰ ਇਹ ਲੱਗਿਆ ਕਿ ਉਹ ਪੈਸੇ ਦੀ ਮੰਗ ਕਰ ਰਹੇ ਹੈ, ਉਦੋਂ ਤੁਹਾਨੂੰ ਇਹ ਚੀਜ਼ ਦਿਮਾਗ ਦੇ ਵਿੱਚ ਨਹੀਂ ਆਈ ਕਿ ਹੋ ਸਕਦਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਜੋ ਅੱਜ ਤੁਹਾਡੇ ਨਾਲ ਹੋ ਰਿਹਾ ਇਹ ਚੀਜ਼ ਹੋਊਗੀ? ਕਿਉਂਕਿ ਉਹ ਤਾਂ ਸ਼ੁਰੂ ਦੇ ਵਿੱਚ ਹੀ ਰਿਸ਼ਤਿਆਂ ਨੂੰ ਜਿਹੜਾ ਉਹ ਪੈਸੇ ਦੇ ਨਾਲ ਬੰਨ੍ਹਣ ਲੱਗ ਪਏ ਆ, ਅਤੇ ਉਹ ਲੜਕੀ ਵੀ ਹੋ ਸਕਦਾ ਕਿ ਉਹਨੇ ਸਿਰਫ ਇਸੇ ਕਰਕੇ ਮੈਂ ਬਾਹਰ ਜਾਣਾ ਔਰ ਪੈਸੇ ਜਿਹੜੇ ਨੇ ਮੇਰੇ ਘਰਦਿਆਂ ਨੇ ਲਾਏ ਆ, ਉਹ ਖਰਚਾ ਮੇਰਾ ਪੂਰਾ ਹੋ ਜਾਊਗਾ, ਇਸ ਕਰਕੇ ਮੁੰਡਾ ਮੈਨੂੰ ਪਹਿਲਾਂ ਜਾਣਦਾ ਸੀ, ਇਹਦੇ ਕੋਲ ਪੈਸੇ ਵੀ ਹੈਗੇ ਆ, ਤਾਂ ਉਹ ਚੀਜ਼ ਉਹਨੇ ਪਹਿਲਾਂ ਸੋਚ ਲਈ ਹੋਵੇ। ਦਿਮਾਗ 'ਚ ਇਹ ਚੀਜ਼ਾਂ ਨਹੀਂ ਆਈਆਂ ਪਹਿਲਾਂ? ਨਹੀਂ ਸਰ, ਮੇਰੇ ਦਿਮਾਗ ਵਿੱਚ ਕੋਈ ਗੱਲ ਨਹੀਂ, ਕਿਉਂਕਿ 2016 'ਚ ਕੁੜੀ ਮੈਨੂੰ ਜਾਣਦੀ ਸੀ ਜਦੋਂ ਅਸੀਂ ਮਿਲੇ ਸੀ, ਅਤੇ ਮੈਨੂੰ ਉਹ 'ਤੇ
ਜਦੋਂ ਉਹਨੇ ਮੈਨੂੰ ਕਿਹਾ ਵਿਆਹ ਕਰਾਉਣਾ, ਮੈਨੂੰ ਟਰਸਟ ਹੋ ਗਿਆ ਜੀ। ਇੱਕ ਵਿਸ਼ਵਾਸ ਹੀ ਹੁੰਦਾ ਹੈ ਆਪਾਂ ਨੂੰ, ਹੋਰ ਕੀ ਹੁੰਦਾ ਹੈ। ਅਤੇ ਮੈਨੂੰ ਵਿਸ਼ਵਾਸ ਸੀ, ਮੇਰੀ ਬਹੁਤ ਕੇਅਰ ਕਰਦੀ ਸੀ, ਬਹੁਤ ਵਧੀਆ ਗੱਲ ਕਰਦੀ ਸੀ। ਮੇਰੇ ਮਦਰ ਨੂੰ ਬਹੁਤ ਵੀਡੀਓ ਕਾਲਸ ਕਰਦੀ ਸੀ, ਅਤੇ ਈਵਨ ਮੇਰੇ ਮਦਰ ਦੇ ਸਕੂਲ ਸਟਾਫ ਨਾਲ ਵੀ ਗੱਲ ਕੀਤੀ ਸੀ ਉਸਨੇ, ਅਤੇ ਸਾਨੂੰ ਪੂਰਾ ਟਰਸਟ ਸੀ ਉਹਦੇ 'ਤੇ। ਸਾਨੂੰ ਨਹੀਂ ਪਤਾ ਕੀ ਹੋਇਆ, ਇੱਕਦਮ ਚੇਂਜ ਹੋ ਗਈ, ਮੇਰੇ ਸਾਹਮਣੇ ਨਹੀਂ ਆਈ। ਅਤੇ ਮੈਂ ਤਾਂ ਡਿਵੋਰਸ 'ਤੇ ਵੀ ਕਿਹਾ ਸੀ ਵੀ ਮੇਰੇ ਸਾਹਮਣੇ ਆ ਕੇ ਗੱਲ ਹੋਵੇ, ਸਾਨੂੰ ਮਿਲੇ ਟਾਈਮ ਤਾਂ ਹੋਵੇ। ਜੇ ਗੱਲ ਹੋਊ ਤਾਂ ਹੀ ਮਸਲਾ ਸੋਲਵ ਹੋਊਗਾ, ਜਦੋਂ ਗੱਲ ਹੀ ਨਹੀਂ ਹੁੰਦੀ ਫਿਰ ਅਸੀਂ ਕੀ ਕਰ ਸਕਦੇ ਹਾਂ ਜੀ। ਜਦੋਂ ਲੜਕੀ ਇੱਥੇ ਸੀਗੀ ਉਦੋਂ ਬਿਲਕੁਲ ਠੀਕ ਸੀਗਾ, ਕਦੇ ਤੁਹਾਡੇ ਆਪਸ ਦੇ ਵਿੱਚ ਝਗੜਾ ਨਹੀਂ ਹੋਇਆ? ਔਰ ਦੂਜੀ ਗੱਲ, ਜਦੋਂ ਬਾਹਰ ਚਲੀ ਗਈ ਤਾਂ ਕਿੰਨੇ ਸਮੇਂ ਬਾਅਦ ਤੁਹਾਨੂੰ ਲੱਗਿਆ ਕਿ ਨਹੀਂ ਉਦੋਂ ਥੋੜ੍ਹਾ ਬਦਲਾਵ ਉਹਦੇ ਵਿੱਚ ਆ ਗਿਆ, ਗੱਲਬਾਤ ਕਰਨੀ ਉਹਨੇ ਬੰਦ ਕਰ ਦਿੱਤੀ ਹੈ, ਮੇਰੇ ਮਾਪਿਆਂ ਦੇ ਨਾਲ ਵੀ ਉਹ ਗੱਲਬਾਤ ਨਹੀਂ ਕਰਦੀ? ਦੇਖੋ ਜੀ, ਬਹੁਤ ਹੀ ਡੀਸੈਂਟ ਕੁੜੀ ਸੀ, ਬਹੁਤ ਹੀ ਵਧੀਆ ਸੁਭਾਅ ਸੀ ਉਹਦਾ, ਪੂਰੀ ਵਧੀਆ ਮੇਰੀ ਕੇਅਰ ਕਰਦੀ ਸੀ, ਮੇਰੇ ਮਦਰ ਦੀ ਕੇਅਰ ਕਰਦੀ ਸੀ, ਮੇਰੀ ਫੈਮਿਲੀ ਨੂੰ ਵਧੀਆ ਇੱਜ਼ਤ ਨਾਲ ਬੋਲਦੀ ਸੀ, ਕੋਈ ਇਹੋ ਜਿਹੀ ਗੱਲ ਨਹੀਂ ਸੀ, ਬਹੁਤ ਪਿਆਰ ਸੀ ਸਾਡੇ ਵਿੱਚ। ਅਤੇ ਉਸ ਤੋਂ ਬਾਅਦ ਜਦੋਂ 2020 ਦੀ ਫੀਸ ਤੋਂ ਮਾਮਲਾ ਭਖਿਆ ਅਤੇ ਜਦੋਂ ਬਲੌਕ ਕਰ ਦਿੱਤਾ, ਫਿਰ ਮੈਂ ਥੋੜ੍ਹੇ ਮੋਟੇ ਲੰਬੇ ਮੈਸੇਜ ਕਰਨੇ ਸ਼ੁਰੂ ਕੀਤੇ। ਉਹਦੇ ਵੱਲੋਂ ਕੰਮ 'ਤੇ ਹੁੰਦੀ ਸੀ, ਚਲੋ ਮੈਂ ਸਮਝਦਾ ਸੀ ਬਿਜ਼ੀ ਹੋਊ, ਕਿਉਂਕਿ ਕਨੇਡਾ 'ਚ ਲਾਈਫ ਈਜ਼ੀ ਨਹੀਂ ਹੈਗੀ, ਬਹੁਤ ਬਿਜ਼ੀ ਲਾਈਫ ਹੈ, ਕੰਮ ਕਰਨਾ ਪੈਂਦਾ, ਪੜ੍ਹਾਈ ਵੀ ਕਰਨੀ ਪੈਂਦੀ ਹੈ, ਟਾਈਮ ਨਹੀਂ ਨਿਕਲਦਾ। ਅਤੇ ਉਹਨੇ ਮੇਰੇ ਨਾਲ ਫਿਰ ਵਧੀਆ ਗੱਲ ਕਰਦੀ ਸੀ, ਪਰ ਬਲੌਕ ਹੋਣ ਤੋਂ ਬਾਅਦ ਮੇਰੇ ਨਾਲ ਗੱਲ ਕਰਨਾ ਬੰਦ ਕਰ ਦਿੱਤੀ ਸੀ। ਅਤੇ ਉਸ ਤੋਂ ਬਾਅਦ ਜਦੋਂ ਮੈਨੂੰ ਉਸਨੇ ਆਪਦੇ ਫਾਦਰ ਦੀ ਡੈਥ ਵੇਲੇ ਅਨਬਲੌਕ ਕੀਤਾ ਸੀ, ਉਦੋਂ ਹੀ ਗੱਲ ਹੋਈ। ਉਸ ਤੋਂ ਬਾਅਦ ਮੈਂ ਬਾਹਲੀ ਕੋਈ ਗੱਲ ਨਹੀਂ ਕੀਤੀ। ਨਹੀਂ, ਇੱਥੋਂ ਜਾਣ ਤੋਂ ਬਾਅਦ ਕਿੰਨਾ ਸਮਾਂ ਜਿਹੜਾ ਬਾਅਦ ਉਹਨੇ ਬਲੌਕ ਕਰ ਦਿੱਤਾ, ਤੁਹਾਡਾ ਨੰਬਰ ਗੱਲਬਾਤ ਬੰਦ ਕਰਤੀ? 2019 ਦੇ ਦੇਖੋ ਜੀ 10 ਜੁਲਾਈ ਨੂੰ ਵਿਆਹ ਹੋਇਆ। ਉਸ ਤੋਂ ਬਾਅਦ ਜੂਨ ਵਿੱਚ ਜਾ ਕੇ 2020 ਵਿੱਚ ਜਾ ਕੇ ਐਂਡ ਦੇ ਜੁਲਾਈ 'ਚ ਕਿਤੇ ਮੈਨੂੰ ਉਹਨੇ ਬਲੌਕ ਕੀਤਾ ਜੀ। 1 ਸਾਲ ਸਾਡੀ ਵਧੀਆ ਗੱਲ ਹੁੰਦੀ ਰਹੀ ਜੀ, ਉਸ ਤੋਂ ਬਾਅਦ ਸਾਡੀ ਗੱਲ ਹੋਣੀ ਬੰਦ ਹੋਈ ਹੈ ਜੀ। ਕੀ ਲੱਗਦਾ ਕਿ ਵਜ੍ਹਾ ਕੀ ਹੋ ਸਕਦੀ ਹੈ, ਕਿਉਂ ਇਸ ਤਰ੍ਹਾਂ ਹੋਇਆ? ਕੋਈ ਕਮੀਆਂ ਕੀ ਰਹੀਆਂ ਹੋਣਗੀਆਂ ਕਿ? ਮੈਨੂੰ ਨਹੀਂ ਪਤਾ ਜੀ ਕੀ ਚੱਕਰ ਸੀ ਕੀ ਨਹੀਂ, ਮੇਰੇ ਨਾਲ ਬਹੁਤ ਵਧੀਆ ਗੱਲ ਸੀ। ਫੀਸ ਦੇ ਮੁੱਦੇ ਨੂੰ ਲੈ ਕੇ ਉਹ ਥੋੜ੍ਹਾ ਗੁੱਸਾ ਹੋਊਗੀ ਵੀ ਮੈਂ ਸਿਚੁਏਸ਼ਨ ਨੂੰ ਹੈਂਡਲ ਕਰਦੀ ਹਾਂ, ਤੁਸੀਂ ਨਹੀਂ ਕਰਦੇ। ਚਲੋ ਉੱਧਰ ਪੈਸਾ ਨਹੀਂ ਬਣਦਾ ਜੀ, ਈਜ਼ਲੀ ਬਹੁਤ ਔਖੇ ਨੇ ਤੁਹਾਨੂੰ ਪਤਾ, ਅਤੇ ਕਰੋਨਾ ਕਰਕੇ ਕੰਮ ਨਹੀਂ ਸੀ ਮਿਲ ਰਿਹਾ। ਮੈਨੂੰ ਨਹੀਂ ਪਤਾ ਕੀ ਚੱਕਰ ਪਿਆ, ਪਰ ਉਸ ਤੋਂ ਬਾਅਦ ਉਹਨੇ ਮੇਰੇ ਨਾਲ ਗੱਲ ਨਹੀਂ ਕੀਤੀ, ਫੀਸ ਕਰਕੇ ਗੁੱਸੇ ਹੋਈ। ਉਸ ਤੋਂ ਬਾਅਦ ਮਾਮਲਾ ਵੱਧਦਾ ਹੀ ਗਿਆ ਜੀ, ਡਿਸਪਿਊਟ ਪੈਂਦਾ ਹੀ ਗਿਆ, ਨਾ ਕਦੇ ਗੱਲ ਕਰਨ ਦੀ ਉਹਨੇ ਮੇਰੇ ਨਾਲ ਕੋਸ਼ਿਸ਼ ਕੀਤੀ। ਅਤੇ ਮੈਂ ਤਾਂ ਅਨਬਲੌਕ ਸੀ, ਮੈਂ ਕਰਦਾ ਹੀ ਕਿੱਥੋਂ? ਜੇ ਮੈਂ ਅਨਬਲੌਕ ਨਾ ਹੋਵਾਂ ਤਾਂ ਮੈਂ ਗੱਲ ਕਰਾਂ, ਮਿੰਨਤਾਂ ਕਰਾਂ। ਜਦੋਂ ਬਲੌਕ ਹੀ ਕਰ ਦਿੱਤਾ ਫਿਰ ਮੈਂ ਕੀ ਕਰ ਸਕਦਾ? ਅਤੇ ਮੈਨੂੰ ਮੌਕਾ ਹੀ ਨਹੀਂ ਮਿਲਿਆ ਗੱਲ ਕਰਨ ਦਾ। ਮੇਰੇ ਨਾਲ ਗੱਲ ਕਰੇ ਸਭ ਮੁੱਦਾ ਸੁਲਝ ਸਕਦਾ, ਅਤੇ ਬਾਕੀ ਇੱਦਾਂ ਦੀ ਕੋਈ ਗੱਲ ਨਹੀਂ। ਅਤੇ ਮੇਰੀ ਤਾਂ ਇੱਕੋ ਹੀ ਮੰਗ ਹੈ ਜੀ, ਮੇਰਾ 12.5-13 ਲੱਖ ਰੁਪਇਆ ਚੱਲ ਚੁੱਕਿਆ ਵੀ ਮੇਰੇ ਨਾਲ ਪ੍ਰੋਮਿਸ ਸੀ, ਇੰਨਾ ਵਧੀਆ ਗੱਲ ਕਰਦੀ ਸੀ, ਮੈਨੂੰ ਬਾਹਰੇ ਕੱਢ ਦਿੱਤਾ ਜਾਵੇ, ਬਾਕੀ ਪੈਸੇ ਬਣਦੇ ਹਨ ਲੈ ਲਿੱਤੇ ਜਾਣ। ਅਤੇ ਨਾ ਹੀ ਮੈਂ ਕਿਸੇ ਦੀ ਕੋਈ ਲਾਈਫ ਖ਼ਰਾਬ ਕਰਨੀ ਸੀ, ਪੱਕਾ ਵਿਆਹ ਸੀ, ਸਾਰੀ ਉਮਰ ਰਿਸ਼ਤੇ 'ਚ ਰਹਿਣਾ ਸੀ, ਅਤੇ ਵਧੀਆ ਇੱਕ ਦੂਜੇ ਦੀ ਕੇਅਰ ਕਰਕੇ ਹੀ ਰਹਿੰਦੇ ਸੀ, ਵਧੀਆ ਮੇਰੇ ਨਾਲ ਪਿਆਰ ਸੀ ਜੀ। ਬਾਕੀ ਮੈਨੂੰ ਕੋਈ ਇਹਦੇ ਇੱਦਾਂ ਨਹੀਂ ਲੱਗਿਆ ਉਹਦੇ ਵੱਲੋਂ ਵੀ ਮੇਰੇ ਨਾਲ ਕੋਈ ਉਹਦਾ ਕੋਈ ਚੱਕਰ, ਕੋਈ ਗਲਤ ਗੱਲ ਹੋਊਗੀ ਜਿਹੜੀ ਗੱਲ ਕਰਨੀ ਬੰਦ ਕੀਤੀ। ਫੀਸ ਤੋਂ ਹੀ ਸਾਰੀ ਗੱਲ ਵਧੀ ਹੈ ਜੀ। ਹੁਣ ਲਾਸਟ ਦੇ ਦੱਸੋ ਕਿ ਤੁਹਾਨੂੰ ਲੱਗਦਾ ਹਾਲੇ ਵੀ ਕਿ ਰਿਸ਼ਤਾ ਜਿਹੜਾ ਉਹ ਜੇਕਰ ਨੇਪਰੇ ਚੜ੍ਹ ਜਾਵੇ, ਗੱਲਬਾਤ ਦੁਬਾਰਾ ਸ਼ੁਰੂ ਹੋ ਜਾਵੇ, ਤਾਂ ਤੁਸੀਂ ਉਸ ਚੀਜ਼ ਦੇ ਲਈ ਤਿਆਰ ਹੋ, ਜਾਂ ਫਿਰ ਹੁਣ ਲੱਗਦਾ ਕਿ ਨਹੀਂ ਅਸੀਂ ਉਸ ਲੜਕੀ ਨੂੰ ਅਪਣਾਉਣਾ ਨਹੀਂ? ਕਿਉਂਕਿ ਤੁਸੀਂ ਇਹ ਗੱਲ ਕਹਿ ਰਹੇ ਹੋ ਕਿ ਸਾਨੂੰ ਨਹੀਂ ਲੱਗਦਾ ਕਿ ਉਹਦਾ ਕਿਤੇ ਹੋਰ ਰਿਲੇਸ਼ਨ ਹੋਊਗਾ, ਸਿਰਫ ਇੱਕ ਵਜ੍ਹਾ ਫੀਸ ਦੀ ਸੀ ਜਿਹੜੀ ਕਿ ਐਡੀ ਵੱਡੀ ਆਪਾਂ ਨੂੰ ਲੱਗਦਾ ਨਹੀਂ ਕਿ ਵਜ੍ਹਾ ਹੋ ਸਕਦੀ ਹੈ। ਜੋ ਮਸਲਾ ਹਾਲੇ ਵੀ ਸੋਲਵ ਕਰਨ ਨੂੰ ਉਹ ਤਿਆਰ ਹੋ ਜਾਣ, ਤਾਂ ਤੁਸੀਂ ਮਤਲਬ ਦੁਬਾਰਾ ਜਿਹੜਾ ਉਹ ਘਰ ਵਸਾਉਣ ਨੂੰ ਤਿਆਰ ਹੋ ਉਸ ਲੜਕੀ ਦੇ ਨਾਲ? ਦੇਖੋ ਜੀ, ਰਿਲੇਸ਼ਨ ਵਾਲੀ ਕਿਹੜੀ ਗੱਲ ਤੁਸੀਂ ਨੇ ਕਹੀ, ਇੰਨਾ ਤਾਂ ਮੈਨੂੰ ਵਿਸ਼ਵਾਸ ਹੈ ਵੀ ਇੰਨੀ ਛੇਤੀ ਵਧੀਆ ਪਰਿਵਾਰ ਦੀ ਕੁੜੀ ਇਹੋ ਜਿਹੀ ਤਾਂ ਹੈਗੀ ਨਹੀਂ ਵੀ ਐਵੇਂ ਰਿਲੇਸ਼ਨਾਂ 'ਚ ਆ ਜਾਊਗਾ। ਕਿਉਂਕਿ ਮੇਰੇ ਨਾਲ ਵੀ ਉਹਨੇ ਬਹੁਤ ਟਾਈਮ ਰਹੀ ਹੈ, ਹੁਣ ਤੱਕ 2016 ਤੋਂ ਲੈ ਕੇ। ਵਿੱਚ ਸਾਡੀ ਗੱਲ ਕਰਨੀ ਅਸੀਂ ਬੰਦ ਕਰ ਦਿੱਤੀ ਸੀ, ਦੋਨਾਂ ਧਿਰਾਂ ਨੇ ਤਾਂ ਬੰਦ ਕੀਤੀ ਸੀ ਕਿਉਂਕਿ ਜਦੋਂ ਫਿਊਚਰ ਨਹੀਂ ਸੀ ਸਿਕਿਉਰ, ਦੋਨਾਂ ਦਾ ਕੁਝ ਬਣਦਾ ਨਹੀਂ ਸੀ, ਤਾਂ ਫਿਰ ਗੱਲਾਂ ਕਿਉਂ ਫਾਲਤੂ ਕਰਨੀਆਂ? ਇੱਦਾਂ ਦੀ ਕੋਈ ਨਹੀਂ ਹੈਗੀ, ਕੋਈ ਨੈਗੇਟਿਵ ਪੁਆਇੰਟ ਨਹੀਂ ਹੈਗਾ ਉਹਦਾ ਮੇਰੇ ਕੋਲ, ਨਾ ਹੀ ਮੈਂ ਉਹਨੂੰ ਕਹਿਣਾ ਚਾਹੁੰਦਾ। ਬਹੁਤ ਵਧੀਆ ਕੁੜੀ ਹੈ। ਅਤੇ ਬਾਕੀ ਜੇ ਮਸਲਾ ਸੋਲਵ ਹੁੰਦਾ ਉਹ ਬਾਕੀ ਦੀ ਬਾਅਦ ਦੀ ਗੱਲ ਹੈ, ਕਿਉਂਕਿ ਇੱਕ ਵਾਰ ਉਹ ਸਾਨੂੰ ਸਤਿ ਸ਼੍ਰੀ ਅਕਾਲ ਕਹਿ ਚੁੱਕੇ ਨੇ ਜੀ। ਸਤਿ ਸ਼੍ਰੀ ਅਕਾਲ ਬਹੁਤ ਵੱਡੀ ਗੱਲ ਹੁੰਦੀ ਹੈ, ਕਿਉਂਕਿ ਮਦਰ ਦੇ ਉਹ ਮੇਰੇ ਨਾਲ ਉਹਨਾਂ ਨੇ ਮੈਨੂੰ ਘਰੇ ਬੁਲਾ ਕੇ ਕਹਿ ਦਿੱਤੇ, ਨੰਗਾ ਮਲੰਗਾਂ ਦੀਆਂ ਗੱਲਾਂ, ਮੇਰੀ ਬੇਇੱਜ਼ਤੀ ਕੀਤੀ ਹੈ ਜੀ। ਬਾਕੀ ਗੱਲਾਂ ਮੈਂ ਤਾਂ ਇਹ ਕਹਿਣਾ ਮੈਨੂੰ ਬਾਹਰੇ ਕੱਢ ਦਿੱਤਾ ਜਾਵੇ, ਬਾਕੀ ਜਾ ਕੇ ਮਿਲ ਕੇ ਗੱਲਾਂ ਹੁੰਦੀਆਂ ਨੇ, ਫਿਰ ਟਾਈਮ ਲੱਗ ਕੇ ਭੁੱਲੀਆਂ ਜਾਂਦੀਆਂ ਨੇ, ਇੱਕਦਮ ਨਹੀਂ ਭੁੱਲੀਆਂ ਜਾਂਦੀਆਂ ਜੀ। ਅਤੇ ਜਿਸ ਕਰਕੇ ਰਿਸ਼ਤਾ ਤਾਂ ਉਹਦੇ ਅਕੋਰਡਿੰਗ ਹੀ ਬਣ ਕੇ ਰਹਿ ਸਕਦਾ ਜੇ ਦੋਨੇ ਧਿਰਾਂ ਵੱਲੋਂ ਕੰਪਰੋਮਾਈਜ਼ ਕੀਤਾ ਜਾਵੇ। ਅਤੇ ਦੂਜੀ ਗੱਲ ਮੇਰੇ ਤਾਂ ਫਾਈਨਲ ਇਹੀ ਹੈ, ਮੈਨੂੰ ਬਾਹਰੇ ਕੱਢ ਦਿੱਤਾ ਜਾਵੇ। ਜਿਹੜੇ ਡਿਵੋਰਸ ਲੈਣਾ ਕੋਈ ਗੱਲ ਨਹੀਂ, ਡਿਵੋਰਸ ਹੋ ਜਾਊਗਾ ਜੇ ਮੈਂ ਨਹੀਂ ਪਸੰਦ, ਮੇਰੀਆਂ ਗੱਲਾਂ ਨਹੀਂ ਪਸੰਦ ਉਹਨਾਂ ਨੂੰ। ਨੌਜਵਾਨ ਜਿਹੜੇ ਆ ਅੱਜ ਕੱਲ੍ਹ ਦੇ, ਉਹਨਾਂ ਦੇ ਲਈ ਕੀ ਸੁਨੇਹਾ? ਕਿਉਂਕਿ ਤੁਸੀਂ ਇਸ ਕੁੜੀ ਨੂੰ ਪਹਿਲਾਂ ਜਾਣਦੇ ਸੀਗੇ, ਠੀਕ ਹੈ, ਤੁਸੀਂ ਇਹਦੇ ਨਾਲ ਗੱਲਬਾਤ ਜਿਹੜੀ ਤੁਹਾਡੀ ਪਹਿਲਾਂ ਹੁੰਦੀ ਵੀ ਰਹੀ,
ਪਰ ਚਲੋ ਤੁਸੀਂ ਜਿਹੜੀ ਗੱਲ ਕਹੀ ਹੈ ਕਿ ਪਹਿਲਾਂ ਆਪਣੀ ਲਾਈਫ ਸੈੱਟ ਕਰੋ ਜਾਂ ਕਿਸੇ ਮੁਕਾਮ ਤੇ ਪਹੁੰਚੋ, ਉਸ ਤੋਂ ਬਾਅਦ ਆਪਾਂ ਵਿਆਹ ਬਾਰੇ ਸੋਚ ਸਕਦੇ ਹਾਂ ਜਾਂ ਅੱਗੇ ਗੱਲਬਾਤ ਬਾਰੇ ਸੋਚ ਸਕਦੇ ਹਾਂ। ਲੜਕੀ ਕੈਨੇਡਾ ਚਲੀ ਜਾਂਦੀ ਹੈ, ਤੁਹਾਨੂੰ ਵੀ ਵਿਸ਼ਵਾਸ ਹੋ ਜਾਂਦਾ ਕਿ ਹਾਂ ਲੜਕੀ ਜਿਹੜੀ ਆ ਮੈਨੂੰ ਇਹਦੇ ਨਾਲ ਵਿਆਹ ਕਰਾ ਲੈਣਾ ਚਾਹੀਦਾ, ਪਰ ਉਸ ਤੋਂ ਬਾਅਦ ਆਪਾਂ ਕਹਿ ਸਕਦੇ ਹਾਂ ਕਿ ਹੁਣ ਤੁਹਾਡੇ ਵਿੱਚ ਗੱਲਬਾਤ ਜੇ ਨਹੀਂ ਹੈਗੀ, ਆਪਸ ਦੇ ਵਿੱਚ ਫੁੱਟ ਪੈ ਗਈ ਹੈ, ਤਾਂ ਇੱਕ ਹਿਸਾਬ ਦੇ ਨਾਲ ਤੁਸੀਂ ਕਹਿ ਰਹੇ ਹੋ ਕਿ ਠੱਗੀ ਵਰਗਾ ਸਿਸਟਮ ਜਿਹੜਾ ਉਹ ਹੋ ਚੁੱਕਿਆ, ਸਿਰਫ ਉਹ ਵਰਤਣਾ ਚਾਹੁੰਦੇ ਸੀਗੇ। ਨੌਜਵਾਨਾਂ ਦੇ ਲਈ ਕੀ ਸੁਨੇਹਾ ਜਿਹੜੇ ਹਾਲੇ ਵੀ ਸੋਚਦੇ ਆ ਕਿ ਇਸ ਤਰ੍ਹਾਂ ਅਸੀਂ ਵੀ ਕਿਸੇ ਤਰੀਕੇ ਦੇ ਨਾਲ ਬਾਹਰ ਚਲੇ ਜਾਈਏ, ਭਰੋਸਾ ਉਸ ਲੜਕੀ ਦੇ ਉੱਤੇ ਹੀ ਕਰ ਲਈਏ ਜਿਹੜੇ ਕਿ ਉਹਨਾਂ ਨੂੰ ਜਾਣਦੇ ਵੀ ਨਹੀਂ ਕੋਈ, ਆਪਾਂ ਕਿਉਂਕਿ ਰਿਸ਼ਤਾ ਜਦੋਂ ਜੋੜਦੇ ਹਾਂ ਤਾਂ ਕਈ ਵਾਰ ਇਹ ਜ਼ਰੂਰੀ ਨਹੀਂ ਹੁੰਦਾ ਕਿ ਪਹਿਲਾਂ ਇੱਕ ਦੂਜੇ ਨੂੰ ਜਾਣਦੇ ਹੋਈਏ, ਕਈ ਵਾਰ ਵਿਚੋਲੇ ਦੇ ਥਰੂ, ਕਿਸੇ ਰਿਸ਼ਤੇਦਾਰੀ ਦੇ ਥਰੂ ਜਾਂ ਹੋਰਨਾਂ ਲੋਕਾਂ ਦੇ ਥਰੂ ਰਿਸ਼ਤੇ ਜੁੜਦੇ ਆ। ਉਹਨਾਂ ਦੇ ਲਈ ਕੀ ਸੁਨੇਹਾ ਕਿ ਕਿਸ ਤਰ੍ਹਾਂ ਦਿਮਾਗ ਦੇ ਵਿੱਚ ਉਹ ਚੀਜ਼ਾਂ ਨੂੰ ਲੈ ਕੇ ਚੱਲਣ, ਕੀ ਧਿਆਨ ਰੱਖਣ ਤਾਂ ਜੋ ਇਸ ਤਰ੍ਹਾਂ ਉਹਨਾਂ ਦੇ ਨਾਲ ਵੀ ਆਪਾਂ ਕਹਿ ਸਕਦੇ ਹਾਂ ਕਿ ਇੱਕ ਤਰ੍ਹਾਂ ਦਾ ਧੋਖਾ ਜਿਹੜਾ ਉਹ ਨਾ ਹੋਵੇ। ਦੇਖੋ ਜੀ, ਪਹਿਲੀ ਗੱਲ ਤਾਂ ਲਵਪ੍ਰੀਤ ਸਿੰਘ ਧਨੌਲਾ ਜੋ ਕਿ ਮੇਰਾ ਫਰੈਂਡ ਸੀ, ਜੋ ਜਿੱਥੇ ਮੈਂ ਜਾ ਕੇ ਆਇਆ 3-4 ਵਾਰ ਮੈਂ ਉਹਨਾਂ ਦੇ ਘਰੇ ਜਾ ਕੇ ਆ ਚੁੱਕਿਆ, ਅਤੇ ਜਿੱਥੋਂ ਕਿ ਇੱਕੋ ਹੀ ਮੋਰਲ ਮਿਲਿਆ ਹੈ। ਦੇਖੋ, ਜੇ ਲਵਪ੍ਰੀਤ ਨੇ ਸੂਸਾਈਡ ਕੀਤੀ ਅਤੇ ਬਹੁਤ ਜ਼ਿਆਦਾ ਟੈਨਸ਼ਨ ਡਿਪਰੈਸ਼ਨ ਵਿੱਚ ਆ ਕੇ, ਤਾਂ ਇਹ ਮੁੱਦਾ ਭਖਿਆ, ਨਹੀਂ ਇਹ ਕਿਹਨੇ ਚੱਕਣਾ ਸੀ ਜੀ। ਪਹਿਲਾਂ ਵੀ ਬਹੁਤ ਕੇਸ ਸੀ ਅਤੇ ਉੱਥੇ ਬਹੁਤ ਹੀ ਲੰਬੀ ਗਿਣਤੀ ਵਿੱਚ ਕੇਸ ਆਏ ਹੋਏ ਸੀ, ਅਤੇ ਅੱਜ ਕੱਲ੍ਹ ਇਹ ਰਿਸ਼ਤਿਆਂ 'ਤੇ ਕੋਈ ਟਰਸਟ ਨਹੀਂ ਕਰਦਾ ਜੀ, ਜਿਹੜੇ ਚੱਲਦੇ ਹਨ ਪੈਸੇ ਦੀ ਡਿਮਾਂਡ ਰੱਖਦੇ ਹਨ, ਕਿਉਂਕਿ ਇਹ ਲਾ ਲਓ ਤੁਸੀਂ 100 ਵਿੱਚੋਂ 90% ਚੇਂਜ ਹੋ ਚੁੱਕੇ ਹਨ, ਲੋਕ ਬਦਲ ਜਾਂਦੇ ਹਨ। ਪਰ ਇੱਦਾਂ ਦੀ ਵੀ ਕੁੜੀਆਂ ਇੰਨੀਆਂ ਮਾੜੀਆਂ ਵੀ ਨਹੀਂ ਹੈਗੀਆਂ, ਅਤੇ ਮੁੰਡੇ ਵੀ ਇੰਨੇ ਮਾੜੇ ਨਹੀਂ ਜਿਹੜੇ ਹੁੰਦੇ ਨੇ ਰਿਸ਼ਤੇ, ਬਹੁਤ ਪੂਰ ਵੀ ਚੜ੍ਹਦੇ ਹਨ। ਮੇਰੇ ਪਿੰਡ ਵਿੱਚੋਂ ਵੀ ਬਹੁਤ ਮੁੰਡੇ ਬਾਹਰ ਗਏ ਹਨ ਜੋ ਕਿ ਜਿਨ੍ਹਾਂ ਦੇ ਸਿੰਸੀਅਰ ਅਤੇ ਓਬੀਡੈਂਟ ਪਾਰਟਨਰ ਨੇ, ਉਹਨਾਂ ਨੂੰ ਲੈ ਕੇ ਜਾਂਦੇ ਹਨ। ਇਹ ਤਾਂ ਪਾਰਟਨਰ ਨੂੰ ਸੋਚਣਾ ਚਾਹੀਦਾ ਨਾ, ਜਦੋਂ ਇੱਕ ਵਾਰ ਵਿਆਹ ਹੋ ਗਿਆ ਵੀ ਫਿਰ ਅਸੀਂ ਦੋਨਾਂ ਨੇ ਇੱਕ ਦੂਜੇ ਨਾਲ ਕਿਵੇਂ ਰੱਖਣੀਆਂ। ਜੇ ਮੁੰਡੇ ਦੀ ਫੈਮਿਲੀ ਹੈ, ਮੁੰਡੇ ਦੇ ਪੇਰੈਂਟਸ ਤਾਂ ਨਹੀਂ ਉਹਨੂੰ ਸਿਖਾ ਸਕਦੇ ਵੀ ਤੂੰ ਆਪਦੀ ਵਾਈਫ ਨਾਲ ਕਿਵੇਂ ਕੱਟਣਾ, ਅਤੇ ਮੁੰਡੇ ਨੂੰ ਘੁਲਣਾ ਪੈਂਦਾ ਅਤੇ ਕੁੜੀ ਨੂੰ ਘੁਲਣਾ ਪੈਂਦਾ, ਅਤੇ ਦੋਨਾਂ ਨੂੰ ਇੱਕ ਦੂਜੇ ਨੂੰ ਮੂਵ ਹੋਣਾ ਪੈਂਦਾ ਥੋੜ੍ਹਾ ਮੋਟਾ, ਤਾਂ ਗੱਲਾਂ ਬਣਦੀਆਂ ਨੇ। ਅਤੇ ਮਾਂ ਪਿਓ ਦੇ ਕਹਿਣ 'ਤੇ ਰਿਸ਼ਤੇ ਨਹੀਂ ਰੱਖੇ ਜਾਂਦੇ ਜੀ, ਕਿਉਂਕਿ ਵਿਆਹ ਹੋ ਗਿਆ ਤਾਂ ਆਪਾਂ ਮੈਚਿਓਰ ਹੁੰਦੇ ਹਾਂ। ਅਤੇ ਬਾਕੀ ਜਿਹੜੀ ਗਲਤੀ ਲਵਪ੍ਰੀਤ ਤੋਂ ਹੋਈ ਹੈ, ਸੁਸਾਈਡ ਹੋ ਗਿਆ, ਜਾਂ ਮੇਰੇ ਤੋਂ ਹੋਈ ਹੈ, ਜਾਂ ਹੋਰ ਮੁੰਡਿਆਂ ਤੋਂ ਪੈਸੇ ਲੱਗ ਗਏ, ਮੈਂ ਤਾਂ ਇੱਕੋ ਹੀ ਮੈਸੇਜ ਦੇਣਾ ਚਾਹੁੰਦਾ ਵੀ ਬਹੁਤ ਦੇਖ ਕੇ 100 ਵਾਰ ਦੇਖ ਕੇ ਕਦਮ ਚੁੱਕੋ, ਪੈਸੇ ਨਾ ਲਾਓ। ਪੈਸਾ ਬਹੁਤ ਮਿਹਨਤ ਨਾਲ ਬਣਦਾ, ਬਹੁਤ ਔਖਾ ਬਣਦਾ ਜੀ। ਇੱਕ ਵਾਰ ਗਵਾ ਚੁੱਕੇ ਆਪਾਂ ਨੰਗ ਹੋ ਚੁੱਕੇ ਹੁੰਦੇ ਹਾਂ, ਅਤੇ ਉਸ ਤੋਂ ਬਾਅਦ ਬਾਹਰ ਦਾ ਵੀ ਨਾ ਬਣੇ ਤਾਂ ਹੋਰ ਨਾ ਬਣੇ, ਅਤੇ ਦੂਜਾ ਧੱਬਾ ਲੱਗ ਜਾਂਦਾ ਹੈ ਇੱਕ ਵਾਰ ਵਿਆਹੇ ਹੋਏ ਦਾ। ਫਿਰ ਤਾਂ ਕਰਕੇ ਜੋ ਧੱਬਾ ਲੱਗਦਾ ਹੈ ਉਹ ਬਾਅਦ 'ਚੋਂ ਬਹੁਤ ਰਿਸ਼ਤਿਆਂ ਵਿੱਚ ਬਹੁਤ ਪ੍ਰੋਬਲਮ ਲਿਆਉਂਦਾ ਹੈ। ਅਤੇ ਮੈਂ ਤਾਂ ਇਹੀ ਕਹਿਣਾ ਹਾਂ ਵੀ ਇਹ ਸਭ ਤੋਂ ਬਚੋ। ਇਸ ਤੋਂ ਵਧੀਆ ਤਾਂ ਆਪ ਆਈਲੈਟਸ ਕਰ ਲਓ, ਜੇ ਨਹੀਂ ਹੁੰਦੀ ਤਾਂ ਇੱਧਰ ਛੋਟਾ ਮੋਟਾ ਬਿਜ਼ਨਸ ਕਰ ਲਓ। ਤੁਹਾਡੇ ਰਿਸ਼ਤੇ ਦੇ ਵਿੱਚ ਵੀ ਕੋਈ ਇਸ ਤਰ੍ਹਾਂ ਦਾ ਸੀਗਾ ਕਿ ਮਾਪਿਆਂ ਦੀ ਇੰਟਰਫੇਰੈਂਸ ਜਿਹੜੀ ਆ ਉਹ ਲੱਗਦੀ ਤੁਹਾਨੂੰ, ਚਾਹੇ ਉਹ ਮੁੰਡੇ ਵਾਲੇ ਪਾਸੋਂ ਜਾਂ ਕੁੜੀ ਵਾਲੇ ਪਾਸੋਂ ਹੋਵੇ, ਜਿਹਦੇ ਕਰਕੇ ਤੁਹਾਨੂੰ ਕੋਈ ਲੱਗਦਾ ਕਿ ਕੁਝ ਪ੍ਰਤੀਸ਼ਤ ਜਿਹੜਾ ਉਹ ਸਾਡੇ ਰਿਸ਼ਤੇ ਟੁੱਟਣ ਦਾ ਕਾਰਨ ਬਣਿਆ? ਦੇਖੋ ਜੀ, ਮੇਰਾ ਰਿਸ਼ਤੇ ਵਿੱਚ ਕੁੜੀ ਨੇ ਆਪਦੇ ਪਰਿਵਾਰ ਦਾ ਹੀ ਨਾਭੇ ਤੋਂ ਗੁਰਤੇਜ ਸਿੰਘ ਪਾਇਆ ਸੀ, ਜੋ ਕਿ ਉਹਨਾਂ ਨੇ ਮੈਨੂੰ ਇੱਕ ਵਾਰ ਦਿਲਾਸਾ ਦਿਲਾਇਆ ਵੀ ਕੋਈ ਨਾ, ਆਪਾਂ ਕਹਿ ਕੇ ਤੇਰਾ ਫਾਈਲ ਤੇਰੀ ਲਗਵਾ ਦਿੰਦੇ ਹਾਂ, ਤੈਨੂੰ ਕੈਨੇਡਾ ਕੱਢ ਦਿੰਦੇ ਹਾਂ। ਉਹਨਾਂ ਨੇ ਮੈਨੂੰ ਦਿਲਾਸਾ ਤਾਂ ਦਿਲਾਇਆ ਘੱਟੋ ਘੱਟ, ਅਤੇ ਉਸ ਤੋਂ ਬਾਅਦ ਸਾਡੀ ਗੱਲ ਨਹੀਂ ਹੋਈ, ਅਤੇ ਉਹਨਾਂ ਨੇ ਫ਼ੋਨ ਨਹੀਂ ਚੱਕਿਆ, ਕਿਤੇ ਬਿਜ਼ੀ ਸੀ। ਅਤੇ ਬਾਕੀ ਕੁੜੀ ਮੇਰੇ ਨਾਲ ਵਧੀਆ ਗੱਲ ਕਰਦੀ ਸੀ ਜੀ, ਮੈਨੂੰ ਨਹੀਂ ਪਤਾ। ਅਤੇ ਕੁੜੀ ਦੇ ਮਦਰ ਨੇ ਸਾਨੂੰ ਪਹਿਲਾਂ ਸਤਿ ਸ਼੍ਰੀ ਅਕਾਲ ਕਹੀ ਹੈ, ਕੁੜੀ ਨੇ ਮੈਨੂੰ ਸਤਿ ਸ਼੍ਰੀ ਅਕਾਲ ਨਹੀਂ ਕਹੀ ਜੀ, ਕਿਉਂਕਿ ਮੈਂ ਇਹ ਦੋਨੇ ਚੀਜ਼ਾਂ ਤੋਂ ਮੈਂ ਕੁੜੀ ਨੂੰ ਕਿਵੇਂ ਮਾੜਾ ਕਹਿ ਦੇਵਾਂ ਵੀ ਉਹ ਮਾੜੀ ਹੈ। ਉਹ ਚੰਗੀ ਸੀ, ਮੇਰੇ ਨਾਲ ਤਾਂ ਚੰਗੀ ਰਹਿੰਦੀ ਸੀ, ਮੇਰੇ ਮਦਰ ਦੀ ਕੇਅਰ ਕਰਦੀ ਸੀ। ਅਤੇ ਕੁੜੀ ਦੇ ਮਾਂ ਪਿਓ ਨੇ ਜਦੋਂ ਸਾਨੂੰ ਘਰੇ ਸੱਦ ਕੇ ਗਈ, ਉਸ ਤੋਂ ਬਾਅਦ ਕੁੜੀ ਨੂੰ ਜਦੋਂ ਮੇਰੇ ਕੋਲ ਪ੍ਰੈਜੈਂਟਲੀ ਹੋਊਗੀ ਨਹੀਂ ਮੇਰੀ ਵਾਈਫ, ਤਾਂ ਮੈਂ ਉਹਨੂੰ ਕਿੰਨਾ ਕੁ ਮੂਵ ਕਰ ਸਕਦਾ। ਜੇ ਪ੍ਰੈਜੈਂਟਲੀ ਮੇਰੇ ਨਾਲ ਰਹੂ ਤਾਂ ਮੈਂ ਉਹਦੀ ਕੇਅਰ ਕਰੂੰਗਾ, ਉਹਨਾਂ ਨੂੰ ਪਤਾ ਲੱਗੂ ਮੈਂ ਕਿੰਨੀ ਕੇਅਰ ਕਰਦਾ। ਉਹਦੇ ਪੇਰੈਂਟਸ ਨੇ ਕਿਹਾ, ਪੇਰੈਂਟਸ ਨੇ ਉਹਨੂੰ ਉਸ ਤੋਂ ਬਾਅਦ ਪਤਾ ਨਹੀਂ ਕੀ ਗਾਈਡ ਕੀਤਾ, ਜੋ ਐਵੇਂ ਗੱਲ ਹੋ ਗਈ, ਸਾਰਾ ਗੱਲ ਖ਼ਰਾਬ ਹੋ ਗਈ, ਮੈਨੂੰ ਨਹੀਂ ਪਤਾ ਜੀ। ਅਤੇ ਬਾਕੀ ਇੱਕ ਚੀਜ਼ ਮੈਨੂੰ ਦੱਸੋ ਕਿ ਜੇ ਤੁਸੀਂ, ਤੁਹਾਨੂੰ ਲੱਗਦਾ ਕਿ ਜੇ ਇਕੱਠੇ ਚਲੇ ਜਾਂਦੇ ਬਾਹਰ, ਤੁਸੀਂ ਜਿਸ ਤਰ੍ਹਾਂ ਇੱਥੇ ਤੁਹਾਡਾ ਰਿਸ਼ਤਾ ਵਧੀਆ ਨਿਭ ਰਿਹਾ ਸੀਗਾ, ਇੱਕ ਦੂਸਰੇ ਦੇ ਨਾਲ ਅੰਡਰਸਟੈਂਡਿੰਗ ਸੀਗੀ, ਇਕੱਠੇ ਉੱਥੇ ਜਾਂਦੇ ਤਾਂ ਸ਼ਾਇਦ ਅੱਜ ਆਹ ਨੌਬਤ ਨਾ ਆਉਂਦੀ। ਹਾਂਜੀ, ਜੇ ਇਕੱਠੇ ਜਾਂਦੇ ਹੋਣੀ ਓ ਨਹੀਂ ਸੀ ਕਦੇ ਗੱਲ। ਮੈਂ ਕੰਮ ਕਰਦਾ ਜੀ ਆਪਦਾ, ਉਹ ਆਪਦਾ ਕੰਮ ਕਰਦੀ, ਅਤੇ ਤੁਹਾਨੂੰ ਪਤਾ ਹੀ ਆ ਐਜ਼ ਕੰਪੇਅਰ ਟੂ ਮੁੰਡੇ ਵੱਧ ਕੰਮ ਕਰ ਸਕਦੇ ਹਨ ਕੁੜੀਆਂ ਤੋਂ, ਅਤੇ ਮੈਂ ਕੰਮ ਕਰਦਾ, ਉਹ ਕੰਮ ਕਰਦੀ, ਦੋਨਾਂ ਦੇ ਪੈਸੇ ਆਉਂਦੇ, ਰੈਂਟ ਆਰਾਮ ਨਾਲ ਨਿਕਲਦਾ ਸਾਡਾ। ਉਹ ਇਕੱਲੀ ਤਾਂ ਸਟਰੈਸ ਬਣੀ ਜੀ ਸਾਰੇ ਕਾਸੇ ਦੀ, ਉੱਪਰੋਂ ਲੋਕਡਾਊਨ ਲੱਗ ਚੁੱਕਿਆ। ਜੇ ਇਕੱਠੇ ਜਾਂਦੇ ਕਦੇ ਜ਼ਿੰਦਗੀ 'ਚ ਹੀ ਨਹੀਂ ਸੀ ਨੌਬਤ ਆਉਣੀ ਜੀ ਇਹ। ਜਿਹਦੇ ਕੋਲ ਪ੍ਰੈਜੈਂਟਲੀ ਮੈਂ ਹੁੰਦਾ ਤਾਂ ਮੈਂ 100% ਕਹਿਣਾ ਮੇਰਾ ਰਿਸ਼ਤਾ ਟੁੱਟਣਾ ਹੀ ਸੀ, ਜੋ ਕਿ ਟੁੱਟਿਆ ਹੀ ਗੈਪ ਕਰਕੇ ਹੀ ਸਾਡੇ, ਅਤੇ ਰਹਿੰਦੀ ਖੂੰਦੀ ਫੀਸ ਕਰਕੇ, ਜਿਸ ਕਾਰਨ ਉਹ ਤੰਗ ਹੋਈ, ਉਹਨੂੰ ਪੈਸੇ ਨਹੀਂ ਬਣੇ, ਅਤੇ ਉਸਦੀ ਜੋਬ ਕਾਰਨ ਲੋਕਡਾਊਨ ਲੱਗ ਚੁੱਕਿਆ ਸੀ, ਸੈਲਰੀਆਂ ਨਹੀਂ ਆਈਆਂ, ਤਾਂ ਕਰਕੇ ਇਸ਼ੂ ਕ੍ਰੀਏਟ ਹੋਏ। ਬਿਲਕੁਲ, ਤੁਸੀਂ ਆਕਾਸ਼ਦੀਪ ਸਿੰਘ ਦੀ ਕਹਾਣੀ ਜਿਹੜੀ ਆ ਉਹ ਸੁਣ ਲਈ ਹੈ, ਕਿਸ ਤਰ੍ਹਾਂ ਇਸ ਦੇ ਨਾਲ ਜੋ ਕੁਝ ਵਾਪਰਿਆ ਉਸਨੇ ਬਿਆਨ ਕੀਤਾ, ਹੱਡ ਬੀਤੀ ਆਪਣੀ ਬਿਆਨ ਕੀਤੀ ਹੈ।
ਔਰ ਇਹਦੀ ਇੱਕ ਵੱਡੀ ਵਜ੍ਹਾ ਇਹ ਨੌਜਵਾਨ ਇਹ ਵੀ ਦੱਸ ਰਿਹਾ ਕਿ ਜ਼ਿਆਦਾਤਰ ਗੈਪ ਜਿਹੜਾ ਉਹ ਇਹਨਾਂ ਦੇ ਰਿਸ਼ਤੇ ਦੇ ਵਿੱਚ ਪੈ ਚੁੱਕਿਆ ਸੀਗਾ, ਕਿਉਂਕਿ ਇਹਨਾਂ ਦੀ ਵਾਈਫ ਜਿਹਦਾ ਨਾਮ ਮਹਿਕਪ੍ਰੀਤ ਕੌਰ ਕਹਿ ਰਹੇ ਆ, ਉਹ ਪਹਿਲਾਂ ਕੈਨੇਡਾ ਚਲੇ ਗਏ, ਬਾਅਦ ਦੇ ਵਿੱਚ ਆਪਸ ਵਿੱਚ ਇਹਨਾਂ ਦੀ ਗੱਲ ਨਹੀਂ ਹੋਈ ਔਰ ਕੁਝ ਇੰਟਰਫੇਰੈਂਸ ਜਿਹੜੀ ਆ ਉਹ ਲੜਕੀ ਦੇ ਮਾਪਿਆਂ ਦੀ ਵੀ ਸੀਗੀ, ਜਿਸ ਕਰਕੇ ਆਪਸ ਦੇ ਵਿੱਚ ਇਹਨਾਂ ਦੀ ਬੌਂਡਿੰਗ ਜਿਹੜੀ ਆ ਉਹ ਚੰਗੀ ਨਹੀਂ ਚੱਲ ਸਕੀ। ਦੂਸਰਾ ਜਿਹੜਾ ਕਾਰਨ ਸੀਗਾ ਉਹ ਸੀਗਾ ਪੈਸਿਆਂ ਦਾ, ਕਿ ਪੈਸੇ ਫੀਸਾਂ ਨੂੰ ਲੈ ਕੇ, ਕਿਉਂਕਿ ਇਹ ਵੀ ਘਰੋਂ ਜਿਸ ਤਰ੍ਹਾਂ ਦੱਸ ਰਹੇ ਆ ਕਿ ਮੁਸ਼ਕਲ ਦੇ ਨਾਲ ਕਈ ਵਾਰ ਪੈਸੇ ਭੇਜਣੇ ਜਿਹੜੇ ਆ ਉਹ ਆਪਾਂ ਕਹਿ ਸਕਦੇ ਕਿ ਹੋ ਜਾਂਦੇ ਸੀਗੇ, ਕਾਫੀ ਮੁਸ਼ਕਲਾਂ ਖੜੀਆਂ ਹੋ ਜਾਂਦੀਆਂ ਸੀਗੀਆਂ। ਔਰ ਉੱਧਰ ਜਿਹੜੀ ਇਹਨਾਂ ਦੀ ਵਾਈਫ ਹੈ ਉਹਨੂੰ ਇਹ ਲੱਗਦਾ ਸੀਗਾ ਕਿ ਸ਼ਾਇਦ ਜਾਣਬੁੱਝ ਕੇ ਇਹਨਾਂ ਦੇ ਵੱਲੋਂ ਪੈਸੇ ਉੱਥੇ ਨਹੀਂ ਭੇਜੇ ਜਾ ਰਹੇ। ਉੱਧਰ ਉਹਦੇ ਕੋਲੇ ਕੰਮ ਨਹੀਂ ਸੀਗਾ, ਲਾਕਡਾਊਨ ਕਰੋਨਾ ਮਹਾਮਾਰੀ ਕਰਕੇ ਆਪਾਂ ਨੂੰ ਪਤਾ ਹੈ ਕਿ ਲੱਗਿਆ, ਔਰ ਕੰਮ ਜਿਹੜੇ ਨੇ ਉਹ ਦੇਸ਼ਾਂ ਦੇ ਵਿੱਚ ਵਿਦੇਸ਼ਾਂ ਦੇ ਵਿੱਚ ਵੀ ਜਾਂਦੇ ਰਹੇ, ਇਸ ਕਰਕੇ ਪੈਸੇ ਦੀ ਤੰਗੀ ਜਿਹੜੀ ਆ ਉਹ ਸਾਰਿਆਂ ਨੂੰ ਹੀ ਹੋਈ ਹੈ। ਔਰ ਇਹ ਵੀ ਇੱਕ ਵਜ੍ਹਾ ਇਹਨਾਂ ਨੇ ਦੱਸੀ ਹੈ ਕਿ ਇਹ ਵਜ੍ਹਾ ਵੀ ਹੋ ਸਕਦੀ ਹੈ। ਪਰ ਦੋਸਤੋ ਅੱਜ ਇਹ ਰਿਸ਼ਤਾ ਜਿਹੜਾ ਉਹ ਟੁੱਟ ਚੁੱਕਿਆ। ਅੱਜ ਇੱਕ ਦੂਸਰੇ ਨੂੰ ਜਿਸ ਤਰ੍ਹਾਂ ਇਹ ਦੱਸ ਰਹੇ ਆ ਕਿ ਸਤਿ ਸ੍ਰੀ ਅਕਾਲ ਹੋ ਚੁੱਕੀ ਹੈ, ਉਹਦਾ ਮਤਲਬ ਹੈ ਕਿ ਇੱਕ ਦੂਸਰੇ ਨੂੰ ਜਵਾਬ ਹੈ। ਹੁਣ ਇਹ ਰਿਸ਼ਤਾ ਦੁਬਾਰਾ ਜੇਕਰ ਜੁੜਦਾ ਵੀ ਹੈ, ਪਹਿਲੀ ਗੱਲ ਤਾਂ ਇਹਨਾਂ ਦੇ ਵਿੱਚੋਂ ਜ਼ਿਆਦਾਤਰ ਚਾਂਸ ਲੱਗ ਨਹੀਂ ਰਹੇ, ਪਰ ਜਿਸ ਤਰ੍ਹਾਂ ਇਹ ਕਹਿ ਰਹੇ ਆ ਕਿ ਜੇਕਰ ਇਹ ਰਿਸ਼ਤਾ ਦੁਬਾਰਾ ਜੁੜੇ ਤਾਂ ਅਸੀਂ ਫਿਰ ਵੀ ਜੋੜਨ ਨੂੰ ਤਿਆਰ ਹਾਂ। ਔਰ ਵੱਡੀ ਗੱਲ, ਇਹਨਾਂ ਨੇ ਲੜਕੀ ਦੇ ਕਰੈਕਟਰ ਦੇ ਉੱਤੇ ਕੋਈ ਵੀ ਸਵਾਲ ਨਹੀਂ ਚੁੱਕੇ, ਉਸ ਬਾਰੇ ਕੋਈ ਗਲਤ ਗੱਲ ਨਹੀਂ ਕਹੀ ਹੈ। ਇਹਨਾਂ ਨੂੰ ਜਿੰਨੀ ਜਾਣਕਾਰੀ ਸੀਗੀ ਜਾਂ ਫਿਰ ਜੋ ਚੀਜ਼ਾਂ ਇਹ ਸੋਚਦੇ ਸੀਗੇ, ਇਹਨਾਂ ਨੇ ਹੂਬਹੂ ਉਹੀ ਚੀਜ਼ਾਂ ਬਿਆਨ ਕੀਤੀਆਂ ਨੇ। ਇਹ ਸਭ ਤੋਂ ਤਾਂ ਆਪਾਂ ਇਹੀ ਕਹਿ ਸਕਦੇ ਹਾਂ ਕਿ ਜਿਹੜੀਆਂ ਗੱਲਾਂ ਦੋ ਤਿੰਨ ਕਾਰਨ ਮੈਂ ਦੱਸੇ, ਇੱਕ ਪੈਸੇ ਵਾਲਾ, ਦੂਸਰਾ ਕੁਝ ਮਾਪਿਆਂ ਦੀ ਇੰਟਰਫੇਰੈਂਸ ਜਿਹੜੀ ਉਹ ਵਜ੍ਹਾ ਜਿਹੜੀਆਂ ਨੇ ਹੋ ਰਹੀਆਂ ਨੇ। ਇਹ ਕੋਈ ਜ਼ਿਆਦਾ ਵੱਡੇ ਮੁੱਦੇ ਨਹੀਂ ਹੈਗੇ, ਪਰ ਇੰਨਾ ਜ਼ਰੂਰ ਹੈ ਕਿ ਇਹਨਾਂ ਮੁੱਦਿਆਂ ਦੇ ਕਰਕੇ ਇੱਕ ਰਿਸ਼ਤਾ ਜਿਹੜਾ ਉਹ ਟੁੱਟਣ ਕਿਨਾਰੇ ਪਹੁੰਚ ਚੁੱਕਿਆ, ਜਾਂ ਕਹਿ ਦਈਏ ਕਿ ਟੁੱਟ ਹੀ ਚੁੱਕਿਆ। ਇਸ ਕਰਕੇ ਅਜਿਹੀਆਂ ਚੀਜ਼ਾਂ ਜਿਹੜੀਆਂ ਨੇ ਉਹਨਾਂ ਤੋਂ ਆਪਾਂ ਨੂੰ ਪਾਸਾ ਵੱਟਣਾ ਚਾਹੀਦਾ। ਰਿਸ਼ਤਿਆਂ ਦੇ ਵਿੱਚ ਮੋਹ ਦੀਆਂ ਤੰਦਾਂ ਤਾਂ ਹੀ ਬਣੀਆਂ ਰਹਿ ਸਕਦੀਆਂ ਜੇਕਰ ਇੱਕ ਦੂਸਰੇ ਨੂੰ ਆਪਾਂ ਸਮਝਾਂਗੇ, ਉਹਦੀਆਂ ਜੋ ਮਜਬੂਰੀਆਂ ਨੇ ਜੇਕਰ ਦੂਸਰਾ ਪਾਰਟਨਰ ਸਮਝੇਗਾ ਤਾਂ ਫਿਰ ਹੀ ਰਿਸ਼ਤੇ ਜਿਹੜੇ ਆ ਉਹ ਬਣੇ ਰਹਿ ਸਕਦੇ ਆ। ਨੌਜਵਾਨਾਂ ਨੂੰ ਵੀ ਇੱਕ ਅਪੀਲ ਕਰ ਰਹੇ ਆ ਕਿ ਜੇਕਰ ਤੁਸੀਂ ਵੀ ਇਸ ਤਰ੍ਹਾਂ ਕਦੇ ਰਿਸ਼ਤਾ ਜੋੜਦੇ ਹੋ, ਕੋਈ ਤੁਹਾਡਾ ਪੁਰਾਣਾ ਜਾਣਕਾਰ ਜਾਂ ਕੋਈ ਤੁਹਾਡੀ ਪੁਰਾਣੀ ਜਾਣਕਾਰ ਸੀਗੀ, ਉਹ ਜੇਕਰ ਤੁਹਾਨੂੰ 2 ਸਾਲ ਬਾਅਦ, 3 ਸਾਲ ਬਾਅਦ, 4 ਸਾਲ ਬਾਅਦ ਰਿਸ਼ਤੇ ਦੇ ਲਈ ਆਫਰ ਕਰਦੇ ਆ ਤਾਂ ਫਿਰ ਚੰਗੀ ਤਰ੍ਹਾਂ ਜਾਂਚ ਪੜਤਾਲ ਕਰਨੀ ਚਾਹੀਦੀ ਹੈ। ਉਹਨਾਂ ਦੇ ਮਨ ਦੀ ਮਨਸ਼ਾ ਜਾਣਨ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਹਾਲਾਂਕਿ ਚਲੋ ਇਹ ਚੀਜ਼ਾਂ ਜਾਣਨੀਆਂ ਸੌਖੀਆਂ ਨਹੀਂ ਹੁੰਦੀਆਂ, ਪਰ ਫਿਰ ਵੀ ਕੋਸ਼ਿਸ਼ ਵੱਧ ਤੋਂ ਵੱਧ ਕੀਤੀ ਜਾਵੇ ਕਿ ਉਹ ਲੋਕ ਜਿਹੜੇ ਨੇ ਉਹ ਕੀ ਚਾਹੁੰਦੇ ਨੇ, ਕਿ ਕਿਤੇ ਕੱਲ੍ਹ ਨੂੰ ਇਸ ਤਰ੍ਹਾਂ ਸਾਡੇ ਰਿਲੇਸ਼ਨ ਦੇ ਵਿੱਚ ਜਾਂ ਰਿਸ਼ਤੇ ਦੇ ਵਿੱਚ ਕੋਈ ਦਰਾਰ ਤਾਂ ਨਹੀਂ ਆ ਜਾਊਗੀ ਪੈਸੇ ਕਰਕੇ। ਇਹ ਚੀਜ਼ਾਂ ਜੇਕਰ ਸੋਚ ਸਮਝ ਕੇ ਚੱਲੋਗੇ ਤਾਂ ਸ਼ਾਇਦ ਬਹੁਤ ਘੱਟ ਚਾਂਸ ਇਸ ਤਰ੍ਹਾਂ ਦੇ ਹੋਣਗੇ ਕਿ ਤੁਹਾਡੇ ਰਿਸ਼ਤਿਆਂ ਦੇ ਵਿੱਚ ਜਿਹੜੀ ਆ ਉਹ ਖਟਾਸ ਆਵੇ, ਤੁਹਾਡੇ ਰਿਸ਼ਤੇ ਜਿਹੜੇ ਆ ਉਹ ਇੱਕ ਦੂਸਰੇ ਤੋਂ ਟੁੱਟਣ। ਉਮੀਦ ਕਰਦੇ ਆ ਕਿ ਜਿਹੜੇ ਨੌਜਵਾਨ ਨੇ ਜੋ ਬਾਹਰ ਜਾਣਾ ਚਾਹੁੰਦੇ ਆ ਕਿਸੇ ਵੀ ਤਰੀਕੇ ਦੇ ਨਾਲ, ਉਹਨਾਂ ਦੇ ਲਈ ਇਹ ਇੰਟਰਵਿਊ ਜਿਹੜੀ ਆ ਇੱਕ ਮਾਰਗਦਰਸ਼ਕ ਸਾਬਤ ਹੋਵੇਗੀ ਅਤੇ ਕਾਫੀ ਚੀਜ਼ਾਂ ਉਹਨਾਂ ਨੂੰ ਇਸ ਇੰਟਰਵਿਊ ਤੋਂ ਸਿੱਖਣ ਨੂੰ ਮਿਲਣਗੀਆਂ। ਕੈਮਰਾਮੈਨ ਪੰਕਜ ਦੇ ਨਾਲ ਮੈਂ ਜਤਿੰਦਰ ਸਿੰਘ, ਸੰਗਰੂਰ, FII ਮੀਡੀਆ।